Like the video, subscribe to the channel and press the bell icon for latest video updates. देखो ਭਾਰਤ ਸਾਹਿਬ ਇਹ ਜਿਹੜੀ ਬੀਜੇਪੀ ਦੀ ਨਵੀਂ ਲਿਸਟ ਆਈ ਹੈ ਇਹ ਬਿਲਕੁਲ ਸਪਸ਼ਟ ਹੈ ਕਿ ਬਾਦਲ ਪਰਿਵਾਰ ਲਈ ਔਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਲਈ ਬੜੀ ਵੱਡੀ ਖਤਰੇ ਦੀ ਘੰਟੀ ਉਹਨਾਂ ਨੇ ਖੜੀ ਕਰ ਦਿੱਤੀ ਹੈ। ਹਾਂਜੀ, ਜਿਹੜੇ ਪਿਛਲੇ ਸਮੇਂ ਦੇ ਵਿੱਚ ਗੱਲਾਂ ਉਹਨਾਂ ਦੇ ਸਾਬਕਾ ਮੰਤਰੀ ਕਰ ਰਹੇ ਸਨ ਜਾਂ ਅਹੁਦੇਦਾਰ ਕਰਦੇ ਸੀ ਪੰਜਾਬ ਦੇ ਵੀ ਅਸੀਂ ਪੰਜਾਬ ਦੇ ਵਿੱਚ 69 ਸੀਟਾਂ ਦੇ ਉੱਤੇ ਚੋਣ ਲੜਨੀ ਹੈ। ਹਾਂਜੀ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਸੁਖਬੀਰ ਸਿੰਘ ਹੁਣ ਸਿੱਖਾਂ ਦੀਆਂ ਵੋਟਾਂ ਲੈਣ ਦੇ ਲਈ ਸਾਨੂੰ ਤੇਰੇ ਤੇ ਨਿਰਭਰ ਨਹੀਂ ਕਰਨਾ ਪੈਣਾ ਤੇ ਅਸੀਂ ਸਿੱਧੇ ਵੀ ਉਹਨਾਂ ਤੱਕ ਪਹੁੰਚ ਕਰ ਸਕਦੇ। ਸਿੱਖ ਵੀ ਇੰਨੇ ਵੇਸਲੇ ਨਹੀਂ ਹੈ ਵੀ ਸਿੱਖ ਉੱਤਰਾਖੰਡ ਵਿੱਚ ਉਜਾੜੇ ਸਿੱਖਾਂ ਨੂੰ ਭੁੱਲ ਜਾਣਗੇ, ਗੁਜਰਾਤ ਵਿੱਚ ਉਜਾੜੇ ਜਾ ਰਹੇ ਸਿੱਖਾਂ ਨੂੰ ਭੁੱਲ ਜਾਣਗੇ, ਜਾਂ ਸਿੱਖ ਇਹ ਭੁੱਲ ਜਾਣਗੇ ਮੱਖੂ ਮੰਡ ਦੇ ਮੰਗੂ ਮੱਠ ਦੇ ਗੁਰਦੁਆਰੇ ਢਾਏ ਭੁੱਲ ਜਾਣਗੇ ਤੇ ਜਾਂ ਸਿੱਖ ਇਹ ਭੁੱਲ ਜਾਣਗੇ ਵੀ ਕੇਂਦਰੀ ਸਰਕਾਰ ਵੱਲੋਂ ਜਦੋਂ ਇੱਥੇ ਬੱਚੇ ਸਾਡੇ ਇਮਤਿਹਾਨ ਦੇਣ ਜਾਂਦੇ ਆ ਤੇ ਉਹਨਾਂ ਦੇ ਹੱਥਾਂ ਵਿੱਚੋਂ ਕੜੇ ਤੇ ਕਿਰਪਾਨਾਂ ਲਾਉਣ ਵਾਲੀ ਕਿਹੜੀ ਸਰਕਾਰ ਹੈ। ਹਾਂਜੀ, ਇਹ ਸਾਰਾ ਕੁਝ ਸਾਹਮਣੇ ਆ ਔਰ ਇਹ ਬੜਾ ਔਖਾ ਰਸਤਾ ਹੈ। ਦੇਖੋ ਬਾਦਲ ਸਾਹਿਬ ਕੁੱਟ ਖਾ ਕੇ ਲੀਡਰ ਬਣੇ ਸੀ। ਹਾਂਜੀ, ਆਪਣੇ ਸਾਥੀਆਂ ਨੂੰ ਭਾਵੇਂ ਧੱਕੇ ਮਾਰ ਕੇ ਲੀਡਰ ਬਣੇ ਸੀ ਪਰ ਉਹ ਆਪਣੀ ਪੋਲਿਟਿਕਸ ਨਾਲ ਆਪਣੀ ਯੋਗਤਾ ਨਾਲ ਬਣੇ ਸੀ। ਹਾਂਜੀ ਇੱਡੀ ਵੱਡੀ ਜਦੋਂ ਵਿਰਾਸਤ ਉਦਾਂ ਹੀ ਮਿਲ ਜਾਵੇ, ਮੁਕਤੋਂ ਮੁਕਤੀ ਮਿਲ ਜਾਵੇ, ਫਿਰ ਉਹਦਾ ਨਤੀਜਾ ਇਹੀ ਨਿਕਲਦਾ ਹੁੰਦਾ। ਵੈਸੇ ਜੇ ਮੈਰਿਟ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੇਜਰੀਵਾਲ ਦੀ ਪਰਫਾਰਮੈਂਸ ਦਿੱਲੀ ਦੇ ਵਿੱਚ ਬਹੁਤ ਵਧੀਆ ਰਹੀ ਹੈ। ਹਾਂਜੀ ਉੱਥੇ ਜੋ ਸੋਸ਼ਲ ਸਿਕਿਉਰਿਟੀ ਤੇ ਕੰਮ ਕੀਤਾ, ਜੋ ਮੈਡੀਕਲ ਤੇ ਕੰਮ ਕੀਤਾ, ਜੋ ਹੈਲਥ ਤੇ ਕੰਮ ਕੀਤਾ ਔਰ ਜੋ ਐਜੂਕੇਸ਼ਨ ਤੇ ਕੰਮ ਕੀਤਾ, ਉਹ ਆਪਣੀ ਮਿਸਾਲ ਆਪ ਹੈ। ਸਾਧਨਾਂ ਦੀ ਕਮੀ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਤੋਂ ਆਸ ਬੜੀ ਸੀ, ਪਰੰਤੂ ਉਹ ਆਸ ਜਿਹੜੀ ਆ ਉਹ ਇਸੇ ਕਰਕੇ ਮੈਨੂੰ ਲੱਗਦਾ ਅਧੂਰੀ ਰਹਿ ਗਈ ਵੀ ਉਹਨਾਂ ਦੀ ਜਿਹੜੀ ਸਟੇਟ ਲੀਡਰਸ਼ਿਪ ਆ ਉਹ ਆਪਣਾ ਰੋਲ ਪੂਰਾ ਨਹੀਂ ਅਦਾ ਕਰ ਸਕੀ ਜਿੰਨਾ ਕਰਨਾ ਚਾਹੀਦਾ ਸੀ। ਤੋਂ ਪੰਜਾਬ ਬੀਜੇਪੀ ਨੇ ਆਪਣੇ ਆਫਿਸ ਵੀਰਰ ਦੀ ਨਵੀਂ ਲਿਸਟ ਜਾਰੀ ਕੀਤੀ ਹੈ ਜਿਹਦੇ ਵਿੱਚ ਸਿੱਖ ਚਿਹਰੇ ਬਹੁਤ ਪ੍ਰੋਮੀਨੈਂਟਲੀ ਉਹ ਅੱਗੇ ਲੈ ਕੇ ਆਏ ਹੈਗੇ ਆ। ਇਹਦਾ ਪੋਲੀਟੀਕਲ ਰਿਪਰਕਸ਼ਨ ਕੀ ਹੋ ਸਕਦਾ ਹੈਗਾ, ਪੰਜਾਬ ਦੀ ਪੋਲਿਟਿਕਸ ਵਿੱਚ ਇਹਦਾ ਕੀ ਅਸਰ ਹੋ ਸਕਦਾ ਹੈ। ਮੈਂ ਤਾਂ ਨਸ਼ੇ ਕੱਟ ਗਿਆ ਔਰ ਜੋ ਕਿ ਰਨਾਊਂਡ ਐਡਵੋਕੇਟ ਹਨ ਤੇ ਬਹੁਤ ਅੱਛੇ ਪੋਲੀਟੀਸ਼ੀਅਨ ਵੀ ਹਨ। ਇਹਦੇ ਨਾਲ ਐਸਜੀਪੀਸੀ ਦੇ ਜਨਰਲ ਸਕੱਤਰ ਕਈ ਸਾਲ ਰਹਿ ਚੁੱਕੇ ਹੈਗੇ। ਪੌਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਪੌਰ ਸਾਹਿਬ ਸਾਡੇ ਦਰਸ਼ਕਾਂ ਨੂੰ ਇਹ ਦੱਸੋ, ਇਹ ਜਿਹੜੀ ਲਿਸਟ ਆਈ ਹੈਗੀ ਬੀਜੇਪੀ ਦੇ ਆਫਿਸ ਵੀਰਰ ਦੀ, ਪਹਿਲੀ ਪ੍ਰਤੀਕਿਰਿਆ ਕੀ ਲੱਗਦੀ ਹੈਗੀ ਤੁਹਾਡੇ ਵੱਲੋਂ? ਦੇਖੋ ਭਾਰਤ ਸਾਹਿਬ ਇਹ ਜਿਹੜੀ ਬੀਜੇਪੀ ਦੀ ਨਵੀਂ ਲਿਸਟ ਆਈ ਹੈ ਇਹ ਬਿਲਕੁਲ ਸਪਸ਼ਟ ਹੈ ਕਿ ਬਾਦਲ ਪਰਿਵਾਰ ਲਈ ਔਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਲਈ ਬੜੀ ਵੱਡੀ ਖਤਰੇ ਦੀ ਘੰਟੀ ਉਹਨਾਂ ਨੇ ਖੜੀ ਕਰ ਦਿੱਤੀ ਹੈ। ਹਾਂਜੀ, ਜਿਹੜੇ ਪਿਛਲੇ ਸਮੇਂ ਦੇ ਵਿੱਚ ਗੱਲਾਂ ਉਹਨਾਂ ਦੇ ਸਾਬਕਾ ਮੰਤਰੀ ਕਰ ਰਹੇ ਸਨ ਜਾਂ ਅਹੁਦੇਦਾਰ ਕਰਦੇ ਸੀ ਪੰਜਾਬ ਦੇ ਵੀ ਅਸੀਂ ਪੰਜਾਬ ਦੇ ਵਿੱਚ 69 ਸੀਟਾਂ ਦੇ ਉੱਤੇ ਚੋਣ ਲੜਨੀ ਹੈ। ਹਾਂਜੀ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਸੁਖਬੀਰ ਸਿੰਘ ਹੁਣ ਸਿੱਖਾਂ ਦੀਆਂ ਵੋਟਾਂ ਲੈਣ ਦੇ ਲਈ ਸਾਨੂੰ ਤੇਰੇ ਤੇ ਨਿਰਭਰ ਨਹੀਂ ਕਰਨਾ ਪੈਣਾ ਤੇ ਅਸੀਂ ਸਿੱਧੇ ਵੀ ਉਹਨਾਂ ਤੱਕ ਪਹੁੰਚ ਕਰ ਸਕਦੇ। ਹਾਂਜੀ ਸ਼ੁਰੂਆਤ ਉਹਨਾਂ ਨੇ ਪਹਿਲਾਂ ਕੀਤੀ ਸੀ ਜਦੋਂ ਬਲੈਕ ਲਿਸਟ ਖਤਮ ਕੀਤੀ ਬਾਹਰ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੀ, ਤੇ ਇਸੇ ਤਰ੍ਹਾਂ ਨੇ ਕਰਤਾਰਪੁਰ ਕੋਰੀਡੋਰ ਤੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਉਹਦੀ ਕੜੀ ਹੈ। ਹਾਂਜੀ ਇਹ ਜੇ ਆਪਾਂ ਕਰਤਾਰਪੁਰ ਕੋਰੀਡੋਰ ਤੋਂ ਜੇ ਦੇਖਣਾ ਸ਼ੁਰੂ ਕਰ ਦਈਏ, ਬੀਜੇਪੀ ਵੀ ਮੇਨ ਕ੍ਰੈਡਿਟ ਵਾਰ ਵਿੱਚ ਉਸ ਵੇਲੇ ਸ਼ਾਮਲ ਸੀਗਾ। ਕਰਤਾਰਪੁਰ ਕੋਰੀਡੋਰ ਬਾਰੇ ਕੀ ਕਹਿਣਾ ਚਾਹੁੰਦੇ ਹੋ, ਖਾਸ ਤੌਰ ਤੇ ਜਿਹੜਾ ਕ੍ਰੈਡਿਟ ਗੇਮ ਚੱਲ ਰਹੀ ਹੈ? ਕਰਤਾਰਪੁਰ ਕੋਰੀਡੋਰ ਇੱਕ ਐਸਾ ਰਸਤਾ ਸੀ ਜਿਹਨੂੰ ਬੜੀ ਦੇਰ ਤੋਂ ਸਿੱਖ ਉਡੀਕ ਰਹੇ ਸੀ। ਹਾਂਜੀ, ਪਰ ਜਿੰਨੀ ਉਹਨੂੰ ਖੋਲਣ ਦੇ ਵੇਲੇ ਨਲਾਇਕੀ ਵਰਤੀ ਗਈ, ਬਾਰ-ਬਾਰ ਕਿਸੇ ਨੇ ਕ੍ਰੈਡਿਟ ਵਾਰ ਦੇ ਵਿੱਚ ਕਦੀ ਕਿਵੇਂ ਉਹਨੇ ਉਸ ਜੋ ਪ੍ਰਾਪਤ ਕੀਤਾ ਜਾ ਸਕਦਾ ਸੀ ਉੱਥੋਂ ਪੋਲੀਟੀਕਲੀ ਵੀ ਪ੍ਰਾਪਤ ਨਹੀਂ ਹੋਇਆ ਉਹਨਾਂ ਨੂੰ। ਹਾਂਜੀ, ਸੁਖਬੀਰ ਸਿੰਘ ਨੇ ਬੜੀ ਕੋਸ਼ਿਸ਼ ਕੀਤੀ ਉਸ ਕ੍ਰੈਡਿਟ ਵਾਰ ਤੋਂ ਹਿੱਸਾ ਲੈਣ ਦੀ, ਕਦੀ ਨਵਜੋਤ ਸਿੰਘ ਸਿੱਧੂ ਦਾ ਨਾਂ ਆ ਗਿਆ, ਉਹਨੂੰ ਫਿਰ ਅੱਗੇ ਡਿਸਕ੍ਰੈਡਿਟ ਕਰਨ ਦੇ ਲਈ ਕੋਸ਼ਿਸ਼ਾਂ ਹੋਈਆਂ ਤੇ ਇਹ ਸਿਆਸੀ ਬੰਦੇ ਜਿਹੜੇ ਆ ਮੁੱਦੇ ਉਹੀ ਲੱਭਦੇ ਹੁੰਦੇ ਆ ਜਿਨ੍ਹਾਂ ਤੋਂ ਇਹਨਾਂ ਦੀਆਂ 4 ਵੋਟਾਂ ਵੱਧ ਇਕੱਠੀਆਂ ਹੋ ਸਕਣ।
ਤੇ ਬੀਜੇਪੀ ਨੇ ਕੋਸ਼ਿਸ਼ ਕੀਤੀ ਹੈ ਇਹ ਸਿੱਖ ਚਿਹਰੇ ਅੱਗੇ ਲਿਆ ਕੇ ਸਿੱਖਾਂ ਦੀਆਂ ਵੋਟਾਂ ਨੂੰ ਪ੍ਰਾਪਤ ਕਰਨ ਦੀ, ਪਰੰਤੂ ਸਿੱਖ ਵੀ ਇੰਨੇ ਵਿਸਲੇ ਨਹੀਂ ਹੈ ਵੀ ਸਿੱਖ ਉੱਤਰਾਖੰਡ ਵਿੱਚ ਉਜਾੜੇ ਸਿੱਖਾਂ ਨੂੰ ਭੁੱਲ ਜਾਣਗੇ, ਗੁਜਰਾਤ ਵਿੱਚ ਉਜਾੜੇ ਜਾ ਰਹੇ ਸਿੱਖਾਂ ਨੂੰ ਭੁੱਲ ਜਾਣਗੇ, ਜਾਂ ਸਿੱਖ ਇਹ ਭੁੱਲ ਜਾਣਗੇ ਮੱਖੂ ਮੰਡ ਦੇ ਮੰਗੂ ਮੱਠ ਦੇ ਗੁਰਦੁਆਰੇ ਢਾਏ ਭੁੱਲ ਜਾਣਗੇ, ਤੇ ਜਾਂ ਸਿੱਖ ਇਹ ਭੁੱਲ ਜਾਣਗੇ ਵੀ ਕੇਂਦਰੀ ਸਰਕਾਰ ਵੱਲੋਂ ਜਦੋਂ ਇੱਥੇ ਬੱਚੇ ਸਾਡੇ ਇਮਤਿਹਾਨ ਦੇਣ ਜਾਂਦੇ ਆ ਤੇ ਉਹਨਾਂ ਦੇ ਹੱਥਾਂ ਵਿੱਚੋਂ ਕੜੇ ਤੇ ਕਿਰਪਾਨਾਂ ਲਾਉਣ ਵਾਲੀ ਕਿਹੜੀ ਸਰਕਾਰ ਹੈ। ਇਹ ਸਾਰਾ ਕੁਝ ਸਾਹਮਣੇ ਆ ਔਰ ਇਹ ਬੜਾ ਔਖਾ ਰਸਤਾ ਹੈ। ਬੀਜੇਪੀ ਨੇ ਵੀ ਇੱਕ ਚੁਣਿਆ ਰਸਤਾ, ਪਰੰਤੂ ਇਹਦੇ ਵਿੱਚ ਜਿੱਤ ਹੋਣੀ ਜਾਂ ਹਾਰ ਹੋਣੀ ਇਹ ਤੇ ਸਮਾਂ ਹੀ ਦੱਸੂਗਾ। ਚਲੋ ਆਪਾਂ ਟਰਨ ਬਾਈ ਟਰਨ ਸਾਰੇ ਪੁਆਇੰਟ ਲੈਣੇ ਹੈਗੇ। ਇਹ ਪਿਛਲੇ 1.5 ਸਾਲ ਤੋਂ ਭੌਰ ਸਾਹਿਬ ਜਿਹੜੇ ਬੀਜੇਪੀ ਦੇ ਸੀਨੀਅਰ ਲੀਡਰ ਸੀ, ਖਾਸ ਤੌਰ ਤੇ ਜਦੋਂ ਇਹਨਾਂ ਦੀ ਆਰਗੇਨਾਈਜੇਸ਼ਨ ਦੀ ਇਲੈਕਸ਼ਨ ਸੀ, ਉਦੋਂ ਮਾਸਟਰ ਮੋਹਨ ਲਾਲ ਜਿਹੜੇ ਬੜੇ ਸੀਨੀਅਰ ਬੀਜੇਪੀ ਦੇ ਲੀਡਰ ਹੈਗੇ, ਉਹਨਾਂ ਨੇ ਇੱਕ ਬੜੀ ਮਤਲਬ ਧੜੱਲੇਦਾਰ ਸਪੀਚ ਕੀਤੀ ਸੀ। ਉਹ ਕੁਝ ਥੋੜੇ ਜਿਹਾ ਪੋਰਸ਼ਨ ਵਾਇਰਲ ਵੀ ਹੋਇਆ ਸੀ। ਉਹ ਤੋਂ ਬਾਅਦ 'ਚ ਮਦਨ ਮੋਹਨ ਮਿੱਤਲ ਜੀ ਫਿਰ ਆਪਣੇ ਸੂਦ ਸਾਹਿਬ ਹੁਸ਼ਿਆਰਪੁਰ ਤੋਂ ਅੱਧੀਆਂ ਸੀਟਾਂ ਲੈਣ ਲਈ ਬਾਰ-ਬਾਰ ਇਹੋ ਕਹਿੰਦੇ ਸੀ, ਤੇ ਉਹ ਇੱਕ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਇਸ਼ਾਰਾ ਸਮਝਣਾ ਚਾਹੀਦਾ, ਜਿਹਦੇ ਵਿੱਚ ਸ਼ਾਇਦ ਸੁਖਬੀਰ ਸਿੰਘ ਬਾਦਲ ਉਹ ਇਸ਼ਾਰਾ ਸਮਝ ਨਹੀਂ ਸਕੇ। ਦੇਖੋ ਵੈਸੇ ਤਾਂ ਇਹ ਸਾਰੀ ਪੰਜਾਬ ਦੀ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਸੀ। ਇਹ ਦੋਨੋਂ ਹੀ ਨਹੀਂ, ਮਦਨ ਮੋਹਨ ਮਿੱਤਲ ਵੀ ਬਾਰ-ਬਾਰ ਕਹਿ ਰਹੇ ਸੀ। ਮਦਨ ਮੋਹਨ ਮਿੱਤਲ ਹੋਰਾਂ ਦੀ ਵੀ ਇਹ ਬਾਰ-ਬਾਰ ਇਹੀ ਗੱਲ ਸੀ ਵੀ ਇਹ ਅਸੀਂ ਜਿਹੜਾ ਆ ਹੁਣ ਏਦਾਂ ਨਹੀਂ ਚੱਲਣਾ ਤੇ ਅਸੀਂ ਜਿਹੜਾ ਆ ਆਪਣਾ ਵੱਧ ਹੱਕ ਲੈ ਕੇ ਕਰਾਂਗੇ। ਮਦਨ ਮੋਹਨ ਮਿੱਤਲ ਜੀ ਦੇ ਬਿਆਨ ਆਏ ਕਈ ਵੀ ਹੁਣ ਅਕਾਲੀ ਦਲ ਵੱਡਾ ਭਰਾ ਨਹੀਂ, ਹੁਣ ਵੱਡੇ ਭਰਾ ਅਸੀਂ ਬਣ ਗਏ। ਹਾਂਜੀ ਹਾਂਜੀ, ਤੇ ਸਾਨੂੰ ਵੱਡੇ ਭਰਾ ਦਾ ਰੁਤਬਾ ਦਿੱਤਾ ਜਾਵੇ। ਹਾਂਜੀ, ਇਹ ਸੰਕੇਤ ਤਾਂ ਸੀਗੇ ਹੀ, ਪਤਾ ਸੀ ਵੀ ਇਹ ਸਾਰਾ ਕੁਝ ਹੋਣਾ। ਪੰਜਾਬ ਵਿੱਚ ਉਹ ਆਪਣੀ ਸਪੇਸ ਲੱਭਣੀ ਚਾਹੁੰਦੇ ਆ ਤੇ ਮੈਨੂੰ ਇਹ ਲੱਗਦਾ ਵੀ ਬੀਜੇਪੀ ਨੂੰ ਸੱਤਾ ਦੀ ਬਹੁਤ ਵੱਡੀ ਭੁੱਖ ਲੱਗ ਗਈ ਹੈ। ਇਹੀ ਕਾਰਨ ਹੈ ਵੀ ਉਹ ਜਿੱਤੀਆਂ ਹੋਈਆਂ ਸਰਕਾਰਾਂ ਨੂੰ ਵੀ ਤੋੜ-ਤੋੜ ਕੇ ਆਪਣੀਆਂ ਸਰਕਾਰਾਂ ਬਣਾਉਣ ਵਾਲੇ ਰਾਹ ਤੁਰੇ ਹੋਏ ਆ, ਔਰ ਉਹ ਇਸ ਭੁੱਖ ਦੀ ਪੂਰਤੀ ਦੇ ਲਈ ਪੰਜਾਬ ਵਿੱਚ ਕੁਝ ਵੀ ਕਰ ਸਕਦੇ। ਜੋ ਸ਼੍ਰੀਮਤੀ ਇੰਦਰਾ ਗਾਂਧੀ ਦੇ ਰਾਜ ਵੇਲੇ ਸੀ, ਜੋ ਪੂਰੇ ਕਾਂਗਰਸ ਪੂਰੇ ਛਾਈਓ ਸੀ, ਜਿੱਥੇ ਆਪੋਜੀਸ਼ਨ ਸੀ, ਉਹਨੂੰ ਇਸ ਤਰ੍ਹਾਂ ਦਾ ਲਗਭਗ ਉਹੀ ਘਟਨਾਕ੍ਰਮ ਹੁਣ ਹੋ ਰਿਹਾ ਹੈਗਾ। ਬਿਲਕੁਲ ਰੋਲ ਦਾ ਰਿਵਰਸ ਹੋ ਗਏ ਹੈਗੇ। ਦੇਖੋ ਸਿਆਸਤ ਦੇ ਵਿੱਚ ਭਾਰਤ ਸਾਹਿਬ ਕੋਈ ਪੱਕਾ ਮਿੱਤਰ ਨਹੀਂ ਹੁੰਦਾ, ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ। ਹਾਂਜੀ, ਅਸੀਂ ਲੋਕ ਉਹਨਾਂ ਬੰਦਿਆਂ ਦੇ ਨਾਲ ਸਾਂਝ ਪਾਉਂਦੇ ਆ ਜਿਹੜੇ ਉਹਨਾਂ ਨੂੰ 2-4 ਸੀਟਾਂ ਵੱਧ ਦੇ ਸਕਣ। ਬਿਲਕੁਲ, ਜਦੋਂ ਕੋਈ ਐਸੈਟ ਲਾਇਬਿਲਿਟੀ ਬਣ ਜਾਂਦਾ ਤੇ ਛੱਡ ਕੇ ਪਰੇ ਹਟ ਜਾਂਦੇ ਆ। ਅੱਛਾ, ਹੁਣ ਬਾਦਲ ਸਾਹਿਬ ਸੀਗੇ, ਬਾਦਲ ਸਾਹਿਬ ਉਹਨਾਂ ਲਈ ਐਸੈਟ ਸੀਗੇ ਤੇ ਸੁਖਬੀਰ ਲਾਇਬਿਲਿਟੀ ਬਣ ਗਿਆ। ਬਿਲਕੁਲ, ਤੇ ਲਾਇਬਿਲਿਟੀ ਨੂੰ ਕੌਣ ਚੱਲਦਾ ਹੁੰਦਾ? ਹੁਣ ਤੇ ਜਿਹੜਾ ਮੈਨੂੰ ਲੱਗਦਾ ਜਿਹੜਾ ਉਹ ਕਹਿੰਦੇ ਸੀ ਨਾ ਬਾਦਲ ਸਾਹਿਬ ਵੀ ਸਾਡਾ ਤੇ ਬੀਜੇਪੀ ਦਾ ਪਤੀ ਪਤਨੀ ਦਾ ਸੰਬੰਧ ਹੈ, ਤੇ ਮੈਨੂੰ ਲੱਗਦਾ ਵੀ ਇਹ ਤਲਾਕ ਦੀ ਖਬਰ ਵੀ ਕਿਸੇ ਵੇਲੇ ਵੀ ਆ ਸਕਦੀ। ਅੱਛਾ, ਪੋਲੀਟੀਕਲ ਹੁਣ ਐਂਗਲ ਤੋਂ ਆ ਜਾਈਏ, ਇਹ ਜਦੋਂ ਹਰਿਆਣਾ ਵਿੱਚ ਇਲੈਕਸ਼ਨ ਹੋਣੀ ਸੀ ਜਾਂ ਇਵਨ ਦਿੱਲੀ ਵਿੱਚ ਇਲੈਕਸ਼ਨ ਹੋਣੀ ਸੀ, ਉਦੋਂ ਤੋਂ ਥੋੜਾ ਜਿਹਾ ਤਰੋੜ ਮਰੋੜ ਹੋਣੀ ਸ਼ੁਰੂ ਹੋ ਗਈ ਸੀ। ਉਹ ਜਿਹੜੀ ਕਲੀਅਰ ਇੰਡੀਕੇਸ਼ਨ ਸੀ, ਜਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਸ ਤਰ੍ਹਾਂ ਹੈਗਾ ਜੀ, ਬੀਜੇਪੀ ਨੂੰ ਅਕਾਲੀ ਦਲ ਨੇ ਇਸ ਇਸ਼ੂ ਦੇ ਉੱਤੇ ਵਰਤਿਆ ਵੀ ਤੁਸੀਂ ਪੰਜਾਬ ਦੇ ਵਿੱਚ ਸਾਡੇ ਨਾਲ ਰਲ ਕੇ ਚਲੋ, ਸਾਡੀ ਸਰਕਾਰ ਬਣਾਓ, ਤੇ ਜਿਹੜੀ ਸਿੱਖਾਂ ਦੀ ਥਰੂ ਆਊਟ ਇੰਡੀਆ ਵੋਟ ਹੈ ਉਹ ਅਸੀਂ ਤੁਹਾਨੂੰ ਪਾਵਾਂਗੇ, ਅਸੀਂ ਸਿੱਖਾਂ ਦੇ ਪ੍ਰਤੀਨਿਧ ਹੈ। ਹੁਣ ਜੋ ਕੁਝ ਅਕਾਲੀ ਦਲ ਨੇ ਪਿਛਲੇ ਸਮੇਂ ਵਿੱਚ ਹਟਾ ਲਿਆ ਜਾਂ ਜੋ ਕਰਤੂਤਾਂ ਕਰ ਲਈਆਂ, ਉਹਨਾਂ ਦੇ ਨਾਲ ਸਿੱਖਾਂ ਦੇ ਪ੍ਰਤੀਨਿਧ ਦੀ ਸੰਸਥਾ ਅਕਾਲੀ ਦਲ ਗਵਾ ਬੈਠਾ। ਹਾਂਜੀ ਹਾਂਜੀ, ਇਹ ਸਾਰੀ ਦੁਨੀਆ ਨੂੰ ਪਤਾ ਵੀ ਹੁਣ ਸਿੱਖ ਤਾਂ ਇਹਨਾਂ ਨੂੰ ਪੰਜਾਬ 'ਚ ਵੋਟ ਨਹੀਂ ਪਾਉਂਦੇ ਤੇ ਬਾਹਰ ਦੇ ਇਹਨਾਂ ਦੇ ਕਹੇ ਤੇ ਕਿਹੜਾ ਵੋਟ ਪਾ ਦੋ। ਹਾਂ ਬਿਲਕੁਲ, ਠੀਕ ਠੀਕ, ਹਾਂਜੀ ਹਾਂਜੀ। ਉਹ ਬੀਜੇਪੀ ਇਹ ਨਹੀਂ ਸਹੇੜਨਾ ਚਾਹੁੰਦੇ ਵੀ ਇਹਨਾਂ ਦੀ ਨਫ਼ਰਤ ਦਾ ਸਾਨੂੰ ਭੁਗਤਣਾ ਪਵੇ, ਉਹ ਇਸ ਕਰਕੇ ਨਾਰਾ ਕਰਨਾ ਚਾਹੁੰਦੇ, ਔਰ ਮੈਨੂੰ ਲੱਗਦਾ ਜਲਦੀ ਹੋ ਜਾਏਗਾ। ਹਾਂਜੀ ਹਾਂਜੀ। ਅੱਛਾ, ਇੱਕ ਮੈਨੂੰ ਦੱਸੋ, ਜੇ ਚਿਹਰੇ ਇਹਨਾਂ ਨੇ ਲਿਆਉਣੇ ਸੀ, ਕੁਛ ਜਿਹੜੇ ਰਿਨਾਊਂਡ ਚਿਹਰੇ ਜਿਹੜੇ ਲੈ ਕੇ ਆਉਂਦੇ ਜਾਂ ਭਰਤੀ ਕਰ ਲੈਂਦੇ, ਇਹ ਸਾਰਾ ਯੰਗ ਬਲੱਡ ਹੀ ਆ, ਬਹੁਤੇ ਪੋਲੀਟੀਕਲ ਸਰਕਲ ਵਿੱਚ ਨੋਨ ਨਹੀਂ ਹੈਗੀ। ਇੱਦਾਂ ਦੇ ਬੰਦਿਆਂ ਦਾ ਕੁਛ ਪੋਲੀਟੀਕਲ ਬੈਨੀਫਿਟ ਮਿਲ ਸਕਦਾ ਹੈਗਾ ਵੀ ਸਿੱਖ ਦੇਖ ਵਾਲੇ ਹੈਗੇ ਜਿਹੜੇ ਲੜਕੇ ਨਵੇਂ? ਦੇਖੋ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਹੁਣ ਹਾਲਾਤ ਐਸੇ ਆ, ਉਹ ਇੱਕ ਬਹੁਤ
ਨੇਕ ਸਿੱਖ ਚਿਹਰਾ ਅੰਮ੍ਰਿਤਸਰ ਲੈ ਕੇ ਆਏ ਸੀ ਚੋਣ ਲੜਾਉਣ ਲਈ ਪੁਰੀ ਸਾਹਿਬ ਨੂੰ, ਹਾਂਜੀ ਤੇ ਉਹ ਵਿਚਾਰੇ ਇੱਥੋਂ ਹਾਰ ਕੇ ਗਏ। ਹਾਂਜੀ ਹਾਂਜੀ ਤੇ ਮਸਲਾ ਸਿਰਫ ਸਿੱਖ ਚਿਹਰੇ ਪੇਸ਼ ਕਰਨ ਦਾ ਨਹੀਂ ਹੈ, ਮਸਲਾ ਇਹ ਆ ਵੀ ਤੁਹਾਡੀ ਕਮਿਟਮੈਂਟ ਕੀ ਹੈ, ਅੱਛਾ ਜੀ ਤੁਹਾਡੀ ਆਈਡੀਓਲੋਜੀ ਕੀ ਹੈ। ਜੇ ਪੰਜਾਬ ਦੇ ਸਿੱਖਾਂ ਦੀਆਂ ਵੋਟਾਂ ਲੈਣੀਆਂ ਤੇ ਪੰਜਾਬ ਦੇ ਸਿੱਖਾਂ ਦੀ ਗੱਲ ਵੀ ਕਰਨੀ ਪਊਗੀ। ਹਾਂਜੀ ਹਾਂਜੀ ਤੇ ਸਿਰਫ ਦਸਤਾਰਾਂ ਬੰਨ੍ਹ ਕੇ ਜਾਂ ਸਿੱਖ ਚਿਹਰੇ ਪੇਸ਼ ਕਰਕੇ ਨਹੀਂ ਵੋਟਾਂ ਮਿਲਦੀਆਂ ਹੋਣੀਆਂ। ਇਹ ਉਹਨਾਂ ਦੀ ਇੱਕ ਕੋਸ਼ਿਸ਼ ਹੈ, ਇਹ ਕੋਸ਼ਿਸ਼ ਵਿੱਚ ਉਹ ਕਾਮਯਾਬ ਵੀ ਹੋ ਸਕਦੇ, ਨਾ ਕਾਮਯਾਬ ਵੀ ਹੋ ਸਕਦੇ ਆ, ਪਰੰਤੂ ਹਰ ਸਿੱਖ ਦੇ ਦਿਮਾਗ ਵਿੱਚ ਇਹ ਗੱਲ ਬੈਠੀ ਹੋਈ ਹੈ ਵੀ ਜੇ ਸਿੱਖਾਂ ਦੀ ਵੋਟ ਲੈਣੀ ਹੈ ਤਾਂ ਸਿੱਖ ਸੰਸਥਾਵਾਂ ਦੀ ਵਫਾਦਾਰੀ ਔਰ ਸਿੱਖ ਹਿੱਤਾਂ ਦੀ ਪਹਿਰੇਦਾਰੀ ਤੇ ਪੰਜਾਬ ਪ੍ਰਸਤ ਲੋਕਾਂ ਨੂੰ ਹੀ ਵੋਟ ਮਿਲਣੀ। ਇੱਕ ਪੋਲੀਟੀਕਲ ਰਿਪਰਕਸ਼ਨ ਜਦੋਂ ਪਿੱਛੇ ਆਇਆ ਸੀ ਸੀਏ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਆਇਆ ਸੀ, ਉਦੋਂ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਇਸ ਇਸ਼ੂ ਤੇ ਇਕਸੁਰਤਾ ਨਹੀਂ ਸੀ, ਉਹ ਵੀ ਇਹਦੇ ਵਿੱਚ ਰੋਲ ਪਲੇ ਕਰਦਾ ਤੁਹਾਨੂੰ ਨਜ਼ਰ ਆਉਂਦਾ ਹੈਗਾ। ਬਿਲਕੁਲ ਰੋਲ ਪਲੇ ਕਰੇਗਾ, ਉਹ ਇਕੱਲਾ ਹੀ ਉਹੀ ਰੋਲ ਨਹੀਂ ਪਲੇ ਕਰੇਗਾ ਜਿਹੜਾ ਮਾਰਕੀਟਿੰਗ ਦੇ ਸੰਬੰਧ ਦੇ ਵਿੱਚ 3 ਨੋਟੀਫਿਕੇਸ਼ਨ ਆਏ, ਇਹਨਾਂ ਨੇ ਵੀ ਆਪਣਾ ਰੋਲ ਅਦਾ ਕਰਨਾ। ਅੱਛਾ ਅੱਛਾ ਹਾਂਜੀ ਹਾਂਜੀ ਜਿਹੜੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਆਏ ਆ ਉਹਨਾਂ ਨੇ ਵੀ ਆਪਣਾ ਰੋਲ ਅਦਾ ਕਰਨਾ। ਹਾਂਜੀ ਔਰ ਹਾਲਾਤ ਔਰ ਕੇਂਦਰ ਦੀ ਜਿਹੜੀ ਪਾਲਿਸੀ ਇਸ ਵੇਲੇ ਚੱਲ ਰਹੀ ਆ ਉਹ ਸਟੇਟਸ ਨੂੰ ਮਿਊਨਿਸਪਲ ਕਮੇਟੀਆਂ ਬਣਾਉਣ ਦੇ ਰਾਹ ਤੁਰ ਪਏ। ਹਾਂਜੀ 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 ਸਟੇਟਸ ਦੇ ਕੋਲ ਅਕਾਲੀ ਦਲ ਜਿਹੜਾ ਸੀ ਉਹ ਹਮੇਸ਼ਾ ਹੀ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ, ਪਰੰਤੂ ਉਹ ਤਾਂ ਜਿਹੜੇ ਮਿਲੇ ਹੋਏ ਸੀ ਉਹ ਵੀ ਅਧਿਕਾਰ ਖੋਹਣ ਲੱਗੇ, ਮਾਰਕੀਟਿੰਗ ਸਾਰੀ ਆਪਣੇ ਹੱਥ 'ਚ ਲੈਣ ਲੱਗੇ। ਹਾਂਜੀ ਹਾਂਜੀ ਇਲੈਕਟ੍ਰਿਸਿਟੀ ਬਿੱਲ ਜਿਹੜੇ ਆ ਉਹ ਸਟੇਟਾਂ ਕੋਲੋਂ ਖੋਹ ਕੇ ਉਹ ਪਹਿਲਾਂ ਹੀ ਆਪਣੇ ਕੋਲ ਲੈ ਗਏ। ਅੱਛਾ ਜੀਐਸਟੀ ਦੀ ਆਮਦਨ ਹੁੰਦੀ ਸੀ ਸਟੇਟਾਂ ਨੂੰ, ਅੱਛਾ ਜੀਐਸਟੀ ਤੋਂ ਕੀ ਆ, ਪਹਿਲਾਂ ਜੀਐਸਟੀ ਦਾ ਸਾਰਾ ਉੱਥੇ ਜਾਂਦਾ, ਕੇਂਦਰ ਜਾਂਦਾ, ਆਪਣੀ ਮਰਜ਼ੀ ਨਾਲ ਉਹ ਡਿਸਪਰਸ ਕਰਦੇ ਆ। ਹਾਂਜੀ ਹਾਂਜੀ ਉਹ ਸਟੇਟ ਨੂੰ ਦੁਨੀਆ ਕਰਕੇ ਪਾਵਰਸ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੇ ਆ। ਪੰਜਾਬ ਦੇ ਲੋਕ ਇਸ ਗੱਲ ਦੇ ਬਹੁਤ ਇਸ ਗੱਲੋਂ ਚੇਤੰਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਿੱਤਾਂ ਨਾਲ, ਪੰਜਾਬ ਦੀ ਧਰਤੀ ਨਾਲ, ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਪਹਿਰੇਦਾਰੀ ਦਾ ਪਹਿਲਾਂ ਤੋਂ ਹੀ ਕੋਈ ਸਬਕ ਦੇਣ ਦੀ ਲੋੜ ਨਹੀਂ, ਉਹਨਾਂ ਦੇ ਖੂਨ 'ਚ ਬੈਠਾ ਵਸਿਆ ਹੋਇਆ। ਹਾਂਜੀ 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 ਇੱਕ ਹੋਰ ਇਹਦੇ ਨਾਲ ਬਾਕੀ ਬਾਅਦ SYL ਦਾ ਵੀ ਹਲਕਾ ਜਿਹਾ ਮੁੱਦਾ ਹੈਗਾ, ਉਹਦੇ ਤੇ ਵੀ ਇਹ ਕੇਂਦਰ ਦਾ ਸਟੈਂਡ ਹੋ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਹੋ ਰਿਹਾ, ਉਹ ਵੀ ਇੱਕ ਇਹਦੇ ਤੇ ਰੋਲ ਪਲੇ ਕਰੇਗਾ। ਬਿਲਕੁਲ ਰੋਲ ਪਲੇ ਕਰੇਗਾ। ਦੇਖੋ ਜਦੋਂ SYL ਦਾ ਪੈਕੇਜ ਇਹਨਾਂ ਨੇ ਦਿੱਤਾ ਨਾ ਉਸ ਵੇਲੇ 88 ਦੀ ਗੱਲ ਹੈ, ਉਸ ਵੇਲੇ ਪਾਣੀ ਦੀ ਪੋਜੀਸ਼ਨ ਹੋਰ ਸੀ, ਹੁਣ ਪਾਣੀ ਦੀ ਪੋਜੀਸ਼ਨ ਹੋਰ ਹੈ। ਹੁਣ ਤਾਂ ਪੰਜਾਬ 'ਚ ਪੀਣ ਵਾਲਾ ਪਾਣੀ ਨਹੀਂ ਲੱਭ ਰਿਹਾ। ਹਾਂਜੀ ਹਾਂਜੀ ਇਹ ਧੱਕੇ ਦੇ ਜ਼ੋਰ ਨਾਲ SYL ਕੱਢੀ ਜਾਂਦੀ ਹੈ ਤੇ ਪੰਜਾਬ ਨੂੰ ਕੰਗਾਲ ਕਰਨ ਦਾ ਇੱਕ ਰਸਤਾ ਖੁੱਲ੍ਹਣਾ। ਔਰ ਮੈਂ ਤੁਹਾਡੀ ਗੱਲ ਵਿੱਚ ਮਾੜਾ ਜਿਹਾ ਵਾਧਾ ਕਰਦਾ, ਦੇਖੋ ਜੇ ਕੇਂਦਰ ਦੀ ਸਰਕਾਰ ਹੋਣ ਕਰਕੇ ਰਾਮ ਜਨਮ ਭੂਮੀ ਮੰਦਿਰ ਬਣ ਸਕਦਾ ਹੈ, ਹਾਂ ਇਹਦਾ ਮਤਲਬ ਤਾਕਤਵਰਾਂ ਦਾ ਡਾਢਿਆਂ ਦਾ ਸੱਤੀ ਵੀ ਹੀ ਸੌਂ ਹੋ ਗਿਆ ਨਾ, ਤੇ ਇਹ ਪੰਜਾਬ ਕੰਗਾਲ ਕਰਨ ਦਾ ਰਸਤਾ ਵੀ ਤਾਂ ਬੰਦ ਹੋ ਸਕਦਾ ਨਾ। ਬਿਲਕੁਲ ਬਿਲਕੁਲ ਜੇ ਪੰਜਾਬ ਦਾ ਪਾਣੀ ਖੋਹ ਲਿਆ ਗਿਆ, ਪੀਣ ਵਾਲਾ ਪਾਣੀ ਹੈ ਨਹੀਂ, ਬੱਚੇ ਸਾਡੇ ਬੇਰੁਜ਼ਗਾਰ ਤੁਰੇ ਫਿਰਦੇ ਆ, ਜਿਹੜੀ ਮਾੜੀ ਮੋਟੀ ਜ਼ਿਮੀਂਦਾਰ ਫਸਲ ਪੈਦਾ ਕਰਦਾ ਸੀ ਉਹ ਤੁਸੀਂ ਮਾਰਕੀਟਿੰਗ ਵੀ ਆਪਣੇ ਹੱਥਾਂ 'ਚ ਲੈਣ ਜਾ ਰਹੇ ਹੋ, MSP ਤੁਸੀਂ ਖਤਮ ਕਰਨ ਜਾ ਰਹੇ ਹੋ। ਤੇ ਅਕਾਲੀ ਦਲ ਨੂੰ ਸਮਝ ਨਹੀਂ ਆ ਰਹੀ, ਅਕਾਲੀ ਦਲ ਜਿਹੜੇ ਮੁੱਦਿਆਂ ਦੇ ਆਧਾਰ, ਜਿਹੜੇ ਪਿੱਲਰਾਂ ਦੇ ਉੱਤੇ ਖੜਾ ਸੀ ਨਾ, ਉਹ ਪਿੱਲਰ ਉਹਨਾਂ ਨੇ ਤੋੜ ਦਿੱਤੇ ਆ BJP ਨੇ। ਹੌਲੀ ਹੌਲੀ ਉਹ ਸਾਰੇ ਟੁੱਟ ਹੀ ਗਏ ਲਗਭਗ। ਇੱਕ ਦੇ ਸੰਦਰਭ ਵਿੱਚ ਵੱਡੇ ਸਰ ਪ੍ਰਕਾਸ਼ ਸਿੰਘ ਬਾਦਲ ਹੈਗੇ ਤੇ ਸੁਖਬੀਰ ਸਿੰਘ ਬਾਦਲ, ਇਹ ਮਤਲਬ ਬਾਦਲ ਸਾਹਿਬ ਦੀ ਫੋਰਸਾਈਟਡਨੈਸ ਹੋਰ ਤਰ੍ਹਾਂ ਦੀ, ਸੁਖਬੀਰ ਜੀ ਇਹ ਚੀਜ਼ਾਂ ਫੋਰਸ ਹੀ ਨਹੀਂ ਕਰ ਸਕੇ, ਜਿਹਦੇ ਕਰਕੇ ਇਸ ਕਗਾਰ ਤੇ ਆ ਗਿਆ ਹੈਗਾ ਅਕਾਲੀ ਦਲ ਜਾਂ ਅਕਾਲੀ ਪੋਲਿਟਿਕਸ। ਦੇਖੋ ਬਾਦਲ ਸਾਹਿਬ ਕੁੱਟ ਖਾ ਕੇ ਲੀਡਰ ਬਣੇ ਸੀ। ਹਾਂਜੀ ਆਪਣੇ ਸਾਥੀਆਂ ਨੂੰ ਭਾਵੇਂ ਧੱਕੇ ਮਾਰ ਮਾਰ ਕੇ ਲੀਡਰ ਬਣੇ ਸੀ, ਪਰ ਉਹ ਆਪਣੀ ਪੋਲਿਟਿਕਸ ਨਾਲ, ਆਪਣੀ ਯੋਗਤਾ ਨਾਲ ਬਣੇ ਸੀ। ਹਾਂਜੀ ਹਾਂਜੀ ਤੇ ਏਡੀ ਵੱਡੀ ਜਦੋਂ ਵਿਰਾਸਤ ਉਦਾਂ ਹੀ ਮਿਲ ਜਾਵੇ, ਮੁਕਤੋਂ ਮੁਕਤੀ ਮਿਲ ਜਾਵੇ, ਫਿਰ ਉਹਦਾ ਨਤੀਜਾ ਇਹੀ ਨਿਕਲਦਾ ਹੁੰਦਾ। ਹਾਂਜੀ 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 ਹੁਣ ਸੁਖਬੀਰ ਜੀ ਤੋਂ ਸੀਨੀਅਰ ਤਾਂ ਬਹੁਤ ਬੰਦੇ ਬੈਠੇ ਆ, ਅਜੇ ਵੀ ਬੈਠੇ ਆ, ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੇ ਸੁਖਬੀਰ ਦਾ ਪ੍ਰਧਾਨ ਇਸੇ ਕਰਕੇ ਬਣਿਆ ਸੀ ਨਾ ਵੀ ਬਾਦਲ ਸਾਹਿਬ ਦਾ ਪੁੱਤ ਹੈ। ਸੁਖਬੀਰ ਤਾਂ ਉਪ ਮੁੱਖ ਮੰਤਰੀ ਵੀ ਤਾਂ ਬਣਿਆ ਸੀ ਨਾ ਵੀ ਬਾਦਲ ਸਾਹਿਬ ਦਾ ਪੁੱਤ ਹੈ, ਮੈਰਿਟ ਤਾਂ ਕੋਈ ਨਹੀਂ ਸੀ। ਸੁਖਬੀਰ ਦੀ ਵਾਈਫ ਕੇਂਦਰ ਵਿੱਚ ਵਜ਼ੀਰ ਇਸ ਕਰਕੇ ਬਣੀ ਸੀ ਵੀ ਬਾਦਲ ਸਾਹਿਬ ਦੀ ਨੂੰਹ ਹੈ। ਮੈਰਿਟ ਦੇ ਉੱਤੇ ਤਾਂ ਉਸ ਵੇਲੇ ਢੀਂਡਸਾ ਸਾਹਿਬ ਵੀ ਸੀਗੇ, ਬ੍ਰਹਮਪੁਰਾ ਵੀ ਸੀਗੇ, ਬਾਕੀ ਵੀ ਸੀਗੇ, ਭੁੰਦੜ ਸਾਹਿਬ ਵੀ ਸੀਗੇ। ਹਾਂਜੀ ਹਾਂਜੀ ਹਾਂਜੀ
ਤੇ ਉਹ ਇਹ ਜਿਹੜੀ ਪਰਿਵਾਰਕ ਮੈਰਿਟ ਹੈ ਇਹ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ ਰਾਜਨੀਤੀ ਵਿੱਚ, ਇਹ ਥੋੜੇ ਚਿਰ ਚੱਲਦੀ ਹੁੰਦੀ ਹੈ, ਖਤਮ ਹੋ ਜਾਂਦੀ ਹੈ। ਇਹ ਹੁਣ ਜਿਵੇਂ ਜਿਹੜੇ ਸੈਂਟਰਲ ਦੇ ਆਰਡੀਨੈਂਸ ਆ ਉਹਦੇ ਵਿੱਚ ਮੈਡਮ ਹਰਸਿਮਰਤ ਕੌਰ ਬਾਦਲ ਵੀ ਸਿਗਨੇਟਰੀ ਹੈ ਨੈਚੁਰਲੀ, ਜਦੋਂ ਇਹ ਲਾਗੂ ਕੀਤੇ ਹੈਗੇ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅਪੋਜ਼ ਕਰਦੇ, ਇਹ ਕਨਫਲਿਕਟਿੰਗ ਐਟੀਟਿਊਡ ਪੰਜਾਬ ਦੀ ਵੋਟਰ ਨੂੰ ਜਾਂ ਜਿਹੜੀ ਸਿੱਖ ਵੋਟਰ ਹੈਗੇ ਆ ਕਿਸਾਨਾਂ ਨੂੰ ਪ੍ਰਭਾਵਿਤ ਕਰੇਗਾ ਇਸ ਵਿਸ਼ੇ ਤੇ? ਨਹੀਂ, ਬਿਲਕੁਲ ਨਹੀਂ ਕਰੇਗਾ ਜੀ। ਹੁਣ ਉਹ ਸਮਾਂ ਹੈ ਨਹੀਂ ਵੀ ਤੁਸੀਂ ਉੱਥੇ ਜਾ ਕੇ ਹੱਕ 'ਚ ਵੋਟ ਪਾਇਓ ਤੇ ਇੱਥੇ ਆ ਕੇ ਵਿਰੋਧ ਕਰਨ ਲੱਗੇ ਫੋਟੋ ਖਿਚਾ ਲਓ। ਹੁਣ ਕੱਲਾ ਕੱਲਾ ਕਿਸਾਨ ਦਾ ਬੱਚਾ ਇੰਟਰਨੈਟ ਦੇਖਦਾ, ਉਹਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ ਵੀ ਇਹ ਸੈਂਟਰ 'ਚ ਕੀ ਕਰਕੇ ਆਏ ਆ, ਜਦੋਂ ਆਰਡੀਨੈਂਸ ਪਾਸ ਹੋ ਰਹੇ ਸੀ ਉਸ ਵੇਲੇ ਕੀ ਰੋਲ ਸੀ ਤੇ ਇੱਥੇ ਆ ਕੇ ਕੀ ਰੋਲ ਕਰਦੇ ਆ। ਇਹ ਉਹ ਸਮਾਂ ਗਿਆ ਜਦੋਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਹੁਣ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਖਾਣ ਵਾਲੇ ਵੀ ਦੀਦੇ ਆ ਤੇ ਦਿਖਾਉਣ ਵਾਲੇ ਵੀ ਦੀਦੇ। ਦੰਦ ਇੱਕੋ ਹੀ ਸੈੱਟ ਲਾਉਣਾ ਪਏਗਾ ਹੁਣ ਤੁਹਾਨੂੰ, ਮਤਲਬ ਹੈ ਦੋ ਦੰਦਾਂ ਵਾਲੇ ਸੈੱਟ, ਪੋਲਿਟਿਕਸ ਖਤਮ ਹੋ ਗਈ ਆ। ਹਾਂਜੀ ਬਿਲਕੁਲ, ਹੁਣ ਡਬਲ ਸਟੈਂਡਰਡ ਨਹੀਂ ਚੱਲ ਸਕਦਾ। ਹਾਂਜੀ, ਇੱਕ ਇਹਦੇ ਵਿੱਚ ਮਤਲਬ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਅੱਜ ਦੀ ਡੇਟ 'ਚ ਹਰਸਿਮਰਤ ਕੌਰ ਬਾਦਲ ਜੀ ਯੂਨੀਅਨ ਮਿਨਿਸਟਰ ਹੈਗੇ ਆ। ਹੁਣ ਇਹਨਾਂ ਨੂੰ ਕੀ ਕਰਨਾ ਚਾਹੀਦਾ, ਜਾਂ ਉਹਨਾਂ ਨੂੰ ਅਸਤੀਫਾ ਦੇ ਕੇ ਆਪਣੀ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਿਠਾਉਣਾ ਪਏਗਾ, ਜਾਂ ਕਿ ਇਦਾਂ ਹੀ ਚੱਲੀ ਜਾਏਗਾ? ਕੀ ਲੱਗਦਾ ਤੁਹਾਨੂੰ, ਕੀ ਕਰੇਗਾ ਸ਼੍ਰੋਮਣੀ ਅਕਾਲੀ ਦਲ? ਮੈਨੂੰ ਇਸ ਤਰ੍ਹਾਂ ਲੱਗਦਾ ਵੀ ਅਸਤੀਫਾ ਤਾਂ ਉਹਨਾਂ ਨੂੰ ਦੇਣਾ ਹੀ ਪੈਣਾ। ਹਾਂਜੀ, ਪਰ ਹਾਲਾਤ ਇਹ ਬਣ ਜਾਣੀ ਆ ਵੀ 100 ਗੰਢਾ ਵੀ ਖਾਣਾ ਪੈਣਾ, 100 ਛਿੱਤਰ ਵੀ ਖਾਣਾ ਪੈਣਾ। ਇਹ ਤਾਂ ਵਕਤ ਸਿਰ ਅਸਤੀਫਾ ਦਿੰਦੇ ਤੇ ਉਹਦਾ ਮੁੱਲ ਪੈ ਜਾਣਾ ਸੀ। ਹਾਂਜੀ ਹਾਂਜੀ। ਹੁਣ ਜਿਹੜੀਆਂ ਵਧੀਕੀਆਂ ਪੰਜਾਬ ਨਾਲ ਹੋ ਰਹੀਆਂ ਉਹਨਾਂ ਦੇ ਉੱਤੇ ਸਿਗਨੇਟਰੀ ਬਣ ਕੇ ਜੇ ਅਸਤੀਫਾ ਦਿੱਤਾ ਤੇ ਉਹਦੀ ਕੋਈ ਬੁੱਕਤ ਨਹੀਂ ਰਹਿਣੀ, ਕੋਈ ਬੁੱਕਤ ਨਹੀਂ ਪੈਣੀ। ਹਾਂ, ਜਾਂ ਇਸ਼ੂ ਰਾਈਟ ਟਾਈਮ ਤੇ ਇਸ਼ੂ ਤੇ ਦਿੰਦੇ ਫਿਰ ਉਹਦੀ ਵੈਲਿਊ। ਪਰ ਇਹਨਾਂ ਦਾ ਫਿਰ ਅਸਤੀਫਾ ਦਿੰਦੇ ਆ ਭੌਰ ਸਾਹਿਬ, ਪੋਲੀਟੀਕਲੀ ਨੁਕਸਾਨ ਹੋ ਜਾਣਾ ਸੀ ਬਹੁਤ, ਇਹ ਵੀ ਸੋਚਦੇ ਹੋਣਗੇ, ਕਿਉਂਕਿ ਫਿਰ ਬੀਜੇਪੀ ਨਾਲ ਭਾਈਵਾਲੀ ਤਾਂ ਇਹਨਾਂ ਨੇ ਪਾਉਣੀ ਨਹੀਂ। ਇਹ ਵੀ ਇੱਕ ਕਾਰਨ ਹੈਗਾ ਵੀ ਚੁੱਪ ਕਰਕੇ ਬੈਠੇ ਰਹਿਣ। ਇਹਨਾਂ ਨੇ ਕਿਹੜਾ ਪੋਲੀਟੀਕਲੀ ਨੁਕਸਾਨ ਨਹੀਂ ਕੀਤਾ ਲੋਕਾਂ ਦਾ। ਆਪਣੀ ਪਿਓ ਦੀ ਉਮਰ ਵਰਗੇ ਬੰਦੇ, ਆਪਣੀ ਪਿਓ ਦੇ ਕੈਰੀਅਰ ਬਾਰੇ ਬੰਦੇ ਘਰੀ ਬਿਠਾਲ ਦਿੱਤੇ। ਜੇ ਇਹਨਾਂ ਦਾ ਵੀ ਹੋ ਜਾਂਦਾ ਤਾਂ ਕੀ ਸੀ। ਹਾਂਜੀ ਹਾਂਜੀ ਹਾਂਜੀ। ਚਲੋ ਹੁਣ ਆਪਾਂ ਜਿਹੜਾ ਥੋੜਾ ਜਿਹਾ ਇਹਦਾ ਜਿਹੜਾ ਬ੍ਰੇਕਵੇ ਅਕਾਲੀ ਦਲ, ਜਿਵੇਂ ਤੁਹਾਨੂੰ ਪਤਾ ਟਕਸਾਲੀ ਆਲਰੇਡੀ ਉਹਨਾਂ ਨੇ ਕਿਨਾਰਾ ਕੀਤਾ, ਹੁਣ ਢੀਂਡਸਾ ਸਾਹਿਬ ਬੜੇ ਕੌਨਫੀਡੈਂਟ ਆ। ਇੱਕ ਪਾਸੇ ਇਹ ਵੀ ਥੋੜਾ ਇਸ਼ਾਰਾ ਮਿਲ ਰਿਹਾ ਪੋਲਿਟਿਕਸ 'ਚ, ਹੋ ਸਕਦਾ ਦਿੱਲੀ ਬੀਜੇਪੀ ਦੀ ਵੀ ਉਹਨਾਂ ਨੂੰ ਥੋੜਾ ਬਹੁਤਾ ਥਾਪੜਾ ਹੈਗਾ। ਇਹਨੂੰ ਕਿਸ ਐਂਗਲ ਤੋਂ ਦੇਖਦੇ ਹੋ ਤੁਸੀਂ? ਦੇਖੋ, ਸਿਆਸੀ ਬੰਦਿਆਂ ਨੇ ਰਾਜ ਪ੍ਰਾਪਤ ਕਰਨਾ, ਹਾਂਜੀ, ਤੇ ਜੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਕਿਸੇ ਦੀ ਸਹਾਇਤਾ ਨਾਲ ਰਾਜ ਪ੍ਰਾਪਤ ਕਰਦੇ ਹਾਂ ਤੇ ਉਹਦੇ ਨਾਲ ਸਮਝੌਤਾ ਕਰ ਜਾਣਗੇ। ਜੇ ਉਹਨਾਂ ਨੂੰ ਲੱਗਦਾ ਕਿਸੇ ਦੀ ਸਹਾਇਤਾ ਨਾਲ ਸਾਡੀਆਂ 4 ਸੀਟਾਂ ਘਟ ਸਕਦੀਆਂ ਤੇ ਉਹਨੂੰ ਛੱਡ ਵੀ ਦੇਣਗੇ। ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਸਿਆਸਤ ਦੇ ਵਿੱਚ ਕੋਈ ਪੱਕਾ ਮਿੱਤਰ ਨਹੀਂ, ਕੋਈ ਪੱਕਾ ਦੁਸ਼ਮਣ ਨਹੀਂ। ਆਈਡੀਓਲੋਜੀਕਲ ਪੋਲਿਟਿਕਸ ਖਤਮ ਹੋ ਚੁੱਕੀ ਹੈ। ਹੁਣ ਸਿਰਫ ਕੁਰਸੀਆਂ ਦੀ ਖੇਡ ਹੈ। ਸਿਆਸਤ ਵਿੱਚ ਕੋਈ ਧਰਮਾਤਮਾ ਨਹੀਂ। ਹਰ ਇੱਕ ਬੰਦੇ ਦੀ ਅੱਖ ਕੁਰਸੀ ਤੇ ਆ, ਕੋਈ ਛੋਟੀ ਤੇ ਟਿਕਾ ਕੇ ਬੈਠਾ, ਕੋਈ ਵੱਡੀ ਤੇ ਟਿਕਾ ਕੇ ਬੈਠਾ। ਹਾਂਜੀ ਹਾਂਜੀ। ਪ੍ਰਾਪਤੀ ਦੇ ਲਈ ਜਿਹੜਾ ਵੀ ਸਾਧਨ ਵਰਤਿਆ ਜਾਂਦਾ ਸਿਆਸੀ ਲੋਕਾਂ ਨੇ ਵਰਤ ਲੈਣਾ। ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਕੁਝ ਹਿੰਦੂ ਚਿਹਰੇ ਵੀ ਸੀ, ਜਿਹੜੇ ਮੰਤਰੀ ਵੀ ਰਹੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ। ਜੇ ਬੀਜੇਪੀ ਨੇ ਸਿੱਖ ਚਿਹਰੇ ਥੋੜੇ ਜਿਹੇ ਅੱਗੇ ਕਰ ਲਏ ਹੈਗੇ ਤਾਂ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਤਰਾਜ਼ ਕਿਉਂ ਹੋਣਾ ਚਾਹੀਦਾ ਹੈਗਾ? ਇਹ ਦੱਸੋ, ਇਹ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਦੇਖੋ, ਇਤਰਾਜ਼ ਤਾਂ ਇਹ ਸੈਕੂਲਰ ਸਟੇਟ ਹੈ। ਹਰ ਇੱਕ ਬੰਦੇ ਨੂੰ ਅਧਿਕਾਰ ਹੈ, ਹਰ ਇੱਕ ਪੋਲੀਟੀਕਲ ਪਾਰਟੀ ਨੂੰ ਆਪਣਾ ਏਜੰਡਾ ਤੈਅ ਕਰਨ ਦਾ ਅਧਿਕਾਰ ਹੈ, ਆਪਣੀ ਵਰਕਿੰਗ ਤੈਅ ਕਰਨ ਦਾ ਅਧਿਕਾਰ ਹੈ। ਮੈਂ ਜਿਹੜੀ ਬੇਨਤੀ ਕਰਦਾ ਵੀ ਚਿਹਰੇ ਲਿਆਉਣ ਦੇ ਨਾਲ ਨਹੀਂ ਕੋਈ ਗੱਲ ਬਣਦੀ। ਚਿਹਰਿਆਂ ਦੀ ਕੂਤ ਕੀ ਹੈ ਉੱਥੇ ਨਿਰਭਰ ਉਹ ਕਰਦਾ ਵੀ ਚਿਹਰਿਆਂ ਨੇ ਕੀਤਾ ਕੀ ਹੈ, ਚਿਹਰਿਆਂ ਦੀ ਕਮਿਟਮੈਂਟ ਕਿੱਥੇ ਹੈ, ਚਿਹਰਿਆਂ ਦੇ ਪਿੱਛੇ ਕੀ ਹੈ, ਉਹ ਸਾਰਾ ਕੁਝ ਕਾਊਂਟ ਕਰਦਾ। ਹਾਂਜੀ ਹਾਂਜੀ ਹਾਂਜੀ। ਇੱਕ ਥੋੜਾ ਜਿਹਾ ਨਵਜੋਤ ਸਿੱਧੂ ਦਾ ਫੈਕਟਰ ਵੀ ਜਿਹੜਾ ਹੈਗਾ ਇਸ ਪੋਲਿਟਿਕਸ ਵਿੱਚ, ਕਿੱਧਰ ਨੂੰ ਜਾਂਦਾ? ਕਾਂਗਰਸ ਵਿੱਚ ਰਹਿੰਦੇ ਆ, ਆਪ ਵਿੱਚ ਆਉਂਦੇ, ਢੀਂਡਸਾ ਸਾਹਿਬ ਵੱਲ ਜਾਂਦੇ ਆ, ਕੀ ਹੈ ਕੀ ਨਹੀਂ, ਕੁਛ ਉਹਦੇ ਬਾਰੇ ਕੀ ਲੱਗਦਾ ਤੁਹਾਨੂੰ? ਮੈਨੂੰ ਲੱਗਦਾ ਵੀ ਨਵਜੋਤ ਸਿੱਧੂ ਦੀ ਜਿਹੜੀ ਪਿਛਲੇ ਸਮੇਂ ਦੀ ਚੁੱਪ ਆ ਨਾ, ਉਹ ਉਹਦਾ ਬਹੁਤ ਵੱਡਾ ਪਿਆਰ ਬਣ ਗਈ ਹੈ। ਅੱਛਾ ਜੀ। ਤੇ ਮੈਨੂੰ ਇਹ ਲੱਗਣ ਲੱਗ ਪਿਆ ਹੁਣ ਥੋੜੇ ਦਿਨਾਂ ਤੋਂ ਵੀ ਕਾਂਗਰਸ ਦੀ ਉਹ ਮਜਬੂਰੀ ਬਣ ਜਾਣੀ ਹੈ। ਨਵਜੋਤ ਸਿੱਧੂ ਨੂੰ ਸਤਿਕਾਰ ਦੇਣਾ, ਉਹਨੂੰ ਚੰਗੇ ਥਾਂ ਤੇ ਬਿਠਾਉਣਾ, ਤੇ ਉਹਦੀ ਜਿਹੜੀ
ਲੋਕਪ੍ਰਿਯਤਾ ਉਹਨੂੰ ਕੈਸ਼ ਕਰਨਾ ਇਹ ਕਾਂਗਰਸ ਦੀ ਮਜਬੂਰੀ ਬਣ ਜਾਣੀ ਆਉਣ ਵਾਲੇ ਸਮੇਂ 'ਚ। ਤੇ ਮੈਨੂੰ ਇਹ ਅਨੁਭਵ ਹੁੰਦਾ ਵੀ ਜਲਦੀ ਉਹਨੂੰ ਕੋਈ ਚੰਗੇ ਰੁਤਬੇ ਦੇ ਵਾਲੀ ਜਗ੍ਹਾ ਤੇ ਬਿਠਾਇਆ ਜਾਊ। ਹਾਂਜੀ ਹਾਂਜੀ, ਠੀਕ ਹੈ ਜੀ। ਚਲੋ ਲੈਟ ਅਸ ਸੀ ਉਹ ਪੋਲਿਟਿਕਸ ਕਿੱਧਰ ਜਾਂਦੀ ਹੈਗੀ ਆ। ਇੱਕ ਦੋ ਹੋਰ ਇਸ ਸੈਸ਼ਨ ਦੇ ਆਖਰੀ ਸਵਾਲ ਇਹੋ ਕਰਦੇ ਆ ਕਿ ਆਮ ਆਦਮੀ ਪਾਰਟੀ ਵੀ ਤੁਹਾਨੂੰ ਪਤਾ ਜਦੋਂ ਕੇਜਰੀਵਾਲ ਸਾਹਿਬ ਨੇ ਸੈਕੰਡ ਇਨਿੰਗ ਦਿਲਾਈ ਹੈਗੀ ਆ ਦਿੱਲੀ ਵਿੱਚ, ਇੱਧਰ ਵੀ ਹੁਣ ਜਿਹੜੀ ਅਗਲੀ ਇਲੈਕਸ਼ਨ 2022 ਦੀ ਉਹਦੇ ਵੱਲ ਵੀ ਉਹ ਪੂਰੇ ਜ਼ੋਰ ਸ਼ੋਰ ਨਾਲ ਇਹ ਵੀ ਪਤਾ ਚੱਲਾ ਸਿੱਖ ਲੀਡਰ ਉਹ ਵੀ ਭਾਲ ਵਿੱਚ ਹੈਗੇ ਆ। ਅੱਛੇ ਹੋਰ ਜਿਹੜੇ ਪੋਲੀਟੀਕਲ ਅੱਛੇ ਐਕਟਸ ਵਾਲੇ ਹੈਗੇ ਆ, ਉਹਨਾਂ ਦਾ ਇੱਧਰ ਕਿਵੇਂ ਫਿਊਚਰ ਤੁਸੀਂ ਦੇਖਦੇ ਹੋ ਇਸ ਘਟਨਾਕ੍ਰਮ ਵਿੱਚ? ਦੇਖੋ ਮੈਂ ਉਹਨਾਂ ਦੀ ਮਦਦ ਕੀਤੀ ਸੀ ਪਿਛਲੀ ਇਲੈਕਸ਼ਨ ਦੇ ਵਿੱਚ, ਮੇਰੇ ਘਰ ਵੀ ਆਏ ਸੀ ਕੇਜਰੀਵਾਲ ਸਾਹਿਬ। ਕੇਜਰੀਵਾਲ ਸਾਹਿਬ, ਅੱਛਾ ਜੀ। ਉਹਨਾਂ ਨੇ ਆਫਰ ਵੀ ਕੀਤਾ ਸੀ ਵੀ ਤੈਨੂੰ ਸਟੇਟ ਦੀ ਪ੍ਰੈਜ਼ੀਡੈਂਟਸ਼ਿਪ ਦੇ ਦਿੰਦੇ। ਅੱਛਾ, ਉਸ ਵੇਲੇ ਦੀ? ਹਾਂ, ਪਰ ਮੈਨੂੰ ਇਦਾਂ ਲੱਗਦਾ ਵੀ ਉਹ ਫੈਸਲੇ ਲੈਣ ਵਿੱਚ ਬਹੁਤ ਜ਼ਿਆਦਾ ਦੇਰ ਕਰ ਜਾਂਦੇ ਆ। ਉਹਨਾਂ ਦਾ ਜਿਹੜਾ ਪੰਜਾਬ ਦੀ ਲੀਡਰਸ਼ਿਪ ਹੈ ਇਹਨਾਂ ਕੋਲ ਅਧਿਕਾਰ ਘੱਟ ਹੈ, ਉਹਨਾਂ ਨੂੰ ਹਰ ਗੱਲ ਪੁੱਛਣ ਦੇ ਲਈ ਉਹਨਾਂ ਕੋਲ ਜਾਣਾ ਪੈਂਦਾ ਤੇ ਸੈਂਟਰਲ ਲੀਡਰਸ਼ਿਪ ਆਪਣੇ ਸਮੇਂ ਨਾਲ ਆਪਣੇ ਹਿਸਾਬ ਨਾਲ ਫੈਸਲਾ ਕਰਦੀ ਦੇਰ ਜ਼ਿਆਦਾ ਲਾਉਂਦੀ ਹੈ। ਉਹਨਾਂ ਨੂੰ ਇਹ ਐਸੀ ਲੀਡਰਸ਼ਿਪ ਐਸਟੈਬਲਿਸ਼ ਕਰਨੀ ਪੈਣੀ ਆ ਜਿਹੜੀ ਆਪਣੀ ਕਿਸਮਤ ਦਾ ਫੈਸਲਾ ਆਪ ਕਰਨ ਦੇ ਸਮਰੱਥ ਹੋਵੇ। ਇਹੀ ਕਾਰਨ ਸੀ ਵੀ ਉਹਨਾਂ ਦੇ ਸਾਥੀ ਜਿੱਤੇ ਹੋਏ ਐਮਐਲਏ ਵੀ ਉਹਨਾਂ ਨੂੰ ਇਸੇ ਕਰਕੇ ਛੱਡ ਗਏ ਸੀ ਵੀ ਉਹ ਡਿਲੇ ਬਰਦਾਸ਼ਤ ਨਹੀਂ ਸੀ ਕਰਦੇ। ਹਾਂਜੀ ਹਾਂਜੀ। ਵੈਸੇ ਜੇ ਮੈਰਿਟ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੇਜਰੀਵਾਲ ਦੀ ਪਰਫਾਰਮੈਂਸ ਦਿੱਲੀ ਦੇ ਵਿੱਚ ਬਹੁਤ ਵਧੀਆ ਰਹੀ ਹੈ। ਹਾਂਜੀ ਹਾਂਜੀ। ਉੱਥੇ ਜੋ ਸੋਸ਼ਲ ਸਿਕਿਉਰਿਟੀ ਤੇ ਕੰਮ ਕੀਤਾ, ਜੋ ਮੈਡੀਕਲ ਤੇ ਕੰਮ ਕੀਤਾ, ਜੋ ਹੈਲਥ ਤੇ ਕੰਮ ਕੀਤਾ ਔਰ ਜੋ ਐਜੂਕੇਸ਼ਨ ਤੇ ਕੰਮ ਕੀਤਾ, ਉਹ ਆਪਣੀ ਮਿਸਾਲ ਆਪ ਹੈ ਸਾਧਨਾਂ ਦੀ ਕਮੀ ਦੇ ਬਾਵਜੂਦ ਵੀ। ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਤੋਂ ਆਸ ਬੜੀ ਸੀ, ਪਰੰਤੂ ਉਹ ਆਸ ਜਿਹੜੀ ਆ ਉਹ ਇਸੇ ਕਰਕੇ ਮੈਨੂੰ ਲੱਗਦਾ ਅਧੂਰੀ ਰਹਿ ਗਈ ਵੀ ਉਹਨਾਂ ਦੀ ਜਿਹੜੀ ਸਟੇਟ ਲੀਡਰਸ਼ਿਪ ਆ ਉਹ ਆਪਣਾ ਰੋਲ ਪੂਰਾ ਨਹੀਂ ਅਦਾ ਕਰ ਸਕੀ ਜਿੰਨਾ ਕਰਨਾ ਚਾਹੀਦਾ ਸੀ। ਇਹ ਹੁਣ ਸੁਖਬੀਰ ਸਿੰਘ ਬਾਦਲ ਕੋਲ ਤੁਹਾਨੂੰ ਪਤਾ ਹੈ ਐਂਟੀ ਪੁਰਾਣੇ ਜਿਹੜੇ ਇਸ਼ੂ ਚੱਲੇ ਆ ਰਹੇ ਹੈਗੇ ਆ, ਨਸ਼ਿਆਂ ਵਾਲਾ ਬਰਗਾੜੀ ਦਾ ਹੈਗਾ, ਉਹ ਜਿਹੜਾ ਬਾਬਾ ਜਿਹੜਾ ਡੇਰੇ ਵਾਲਾ, ਉਹ ਸਾਰੇ ਇਸ ਵੇਲੇ ਬੜਾ ਪੋਲੀਟੀਕਲ ਗਰਮ ਮਾਹੌਲ ਚੱਲ ਰਿਹਾ ਹੈਗਾ। ਤੇ ਇਹਨਾਂ ਨੂੰ ਆਪਣੀ ਡੈਮੇਜ ਕੰਟਰੋਲ ਐਕਸਰਸਾਈਜ਼ ਵਾਲੇ ਧਿਆਨ ਦੇਣ ਕਿ ਕਿਵੇਂ ਲੱਗਦਾ ਸੁਖਬੀਰ ਸਿੰਘ ਬਾਦਲ ਰਿਐਕਟ ਕਰਨਗੇ ਇਸ ਇਸ਼ੂ ਤੇ? ਦੇਖੋ ਮੈਂ ਇਹ ਸਮਝਦਾ ਵੀ ਸਰਦਾਰ ਸੁਖਬੀਰ ਸਿੰਘ ਨੂੰ ਜਿਹੜੇ ਆਲੇ ਦੁਆਲੇ ਬੰਦੇ ਆ ਨਾ ਉਹਨਾਂ ਨੇ ਇੰਨਾ ਬੁਰੀ ਤਰ੍ਹਾਂ ਘੇਰਿਆ ਆ ਔਰ ਉਹਨਾਂ ਨੂੰ ਸਮਝ ਹੀ ਨਹੀਂ ਲੱਗਣ ਦਿੰਦੇ। ਮੈਂ ਕੱਲ ਪਰਸੋਂ ਇੱਕ ਡਿਬੇਟ ਸੁਣ ਰਿਹਾ ਸੀ ਟੀਵੀ ਤੇ, ਉਹਨਾਂ ਦਾ ਇੱਕ ਸਾਥੀ ਕਹਿ ਰਿਹਾ ਸੀ ਜਿਹੜਾ ਬਹੁਤ ਵੱਡਾ ਸਟਾਰ ਆਪਣੇ ਆਪ ਨੂੰ ਕਹਾਉਂਦਾ, ਉਹ ਕਾਂਗਰਸ ਵਾਲਿਆਂ ਨੂੰ ਚੈਲੰਜ ਕਰ ਰਿਹਾ ਸੀ ਵੀ ਜੇ ਅਸੀਂ ਕੁਝ ਕਰਾਇਆ ਤੇ 3.5 ਸਾਲ ਤੁਹਾਡੇ ਕੋਲ ਤਾਕਤ ਰਹੀ, ਸਾਨੂੰ ਫਾਹੇ ਲਾਉਣ ਦੇ। ਅੱਛਾ, ਮੈਂ ਹੈਰਾਨ ਸੀ ਉਸ ਬੰਦੇ ਤੋਂ ਵੀ ਜਿਹੜਾ ਸੁਣ ਰਿਹਾ ਸੀ ਵੀ 3.5 ਸਾਲਾਂ ਵਿੱਚ ਤਾਂ 2 ਕਮਿਸ਼ਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ। ਹਾਂਜੀ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹਾਊਸ 'ਚ ਰੱਖ ਦਿੱਤੀ, ਜਨਤਕ ਹੋ ਗਈ। ਦੋਨੋਂ ਸਿੱਟ ਕੁੰਵਰ ਵਿਜੇ ਪ੍ਰਤਾਪ ਵਾਲੀ ਨੇ ਦੋਸ਼ੀ ਪੁਲਿਸ ਵਾਲੇ ਫੜ ਲਏ, ਉਹਨਾਂ ਦੇ ਚਲਾਨ ਦੇ ਦਿੱਤੇ, ਥਰੂ ਕੋਰਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ। ਤੇ ਖੱਟੜਾ ਸਾਹਿਬ ਵਾਲੀ SIT ਨੇ ਦੂਜੇ ਬੰਦੇ ਫੜ ਲਏ ਜਿਹੜੇ ਮਹਾਰਾਜ ਦੇ ਸਰੂਪ ਚੱਕਣ ਵਾਲੇ ਜਾਂ ਬੇਅਦਬੀ ਕਰਨ ਵਾਲੇ ਸੀ। ਅੱਛਾ ਚਲੋ ਜੇ ਇਹਨਾਂ ਦੀ ਗੱਲ ਮੰਨ ਵੀ ਲਈਏ, 3.5 ਸਾਲ ਆ ਨਕੰਮੀ ਕਾਂਗਰਸ ਦੀ ਸਰਕਾਰ ਨੇ ਕਿਸੇ ਨੂੰ ਹੱਥ ਨਹੀਂ ਪਾਇਆ ਇਹਨਾਂ ਨੂੰ। ਹਾਂਜੀ ਹਾਂਜੀ। ਮੈਂ ਤੁਹਾਡੇ ਜਰੀਏ ਇਹਨਾਂ ਨੂੰ ਪੁੱਛਦਾ ਵੀ ਤੁਹਾਡਾ 2 ਸਾਲ ਰਾਜ ਰਿਹਾ ਜਦੋਂ ਮਹਾਰਾਜ ਦਾ ਸਰੂਪ ਚੋਰੀ ਹੋਇਆ, ਤੁਸੀਂ ਕਿਉਂ ਨਹੀਂ ਫੜ ਸਕੇ 2 ਸਾਲਾਂ 'ਚ ਕਿਸੇ ਨੂੰ? ਹਾਂਜੀ ਹਾਂਜੀ ਹਾਂਜੀ। ਤੁਹਾਡੀਆਂ ਬਣਾਈਆਂ SIT ਨੇ ਕੀ ਕਰਤੂਤਾਂ ਕੀਤੀਆਂ? ਤੁਸੀਂ ਸੋਤਾ ਸਾਹਿਬ ਦੀ SIT ਬਣਾਈ, ਵਿਰੋਧ ਕਰਨ ਵਾਲਿਆਂ ਨੂੰ ਦੋਸ਼ੀ ਬਣਾਤਾ, ਸਿੱਖਾਂ ਨੂੰ ਦੋਸ਼ੀ ਬਣਾਤਾ, ਤੇ ਤੁਸੀਂ ਇੱਕ ਕਮਿਸ਼ਨ ਬਿਠਾ ਲਿਆ ਜਸਟਿਸ ਜੋਰਾ ਸਿੰਘ, ਉਹਦੀ ਤੁਸੀਂ ਰਿਪੋਰਟ ਵੀ ਨਹੀਂ ਲੈਣ ਗਏ। ਤੁਸੀਂ ਆਪਣੀ ਦੱਸੋ ਨਾ। ਇਹ ਤਾਂ ਕੋਈ ਇਹ ਮੈਂ ਏਦਾਂ ਦੇਖਦਾ ਵੀ ਮਿਹਣੋ ਮਿਹਣੀ ਏਦਾਂ ਹੁੰਦੇ ਆ ਵੀ ਤੁਹਾਡੇ ਰਾਜ 'ਚ ਆ ਹੋਇਆ, ਕਹਿੰਦਾ ਸਾਡੇ 'ਚ ਇਹ ਹੋਇਆ, ਤੁਹਾਡੇ 'ਚ ਵੀ ਹੋਇਆ ਸੀ। ਹਾਂਜੀ ਹਾਂਜੀ ਹਾਂਜੀ। ਹੁਣ ਲੋਕ ਸਭ ਕੁਝ ਸਮਝ ਚੁੱਕੇ ਆ। 2 ਸਾਲ ਤੁਹਾਡਾ ਰਾਜ ਰਿਹਾ, 1 ਜੂਨ ਤੋਂ ਲੈ ਕੇ 17 ਫਰਵਰੀ ਤੱਕ। ਤੁਸੀਂ ਕਿਉਂ ਨਹੀਂ ਫੜਿਆ ਬੰਦਾ ਕੋਈ? ਤੁਹਾਨੂੰ ਪਤਾ ਨਹੀਂ ਸੀ ਵੀ ਕੌਣ ਇਸ਼ਤਿਹਾਰ ਲਾ ਗਿਆ, ਕਿਹਨੇ ਗੋਲੀ ਚਲਾਈ? ਤੁਸੀਂ ਤਾਂ ਅਣਪਛਾਤੀ ਪੁਲਿਸ ਕਹਿ ਕੇ ਪਰਚੇ ਦਰਜ ਕਰਦੇ ਰਹੇ। ਹੁਣ ਪੁਲਿਸ ਵੀ ਪਛਾਣ ਹੋ ਗਈ ਕਿਹੜੀ ਕਿਹੜੀ ਸੀ। ਉਹੀ ਜੇ ਓਰੀਜਨਲ ਆਪਾਂ BJP ਪੋਲਿਟਿਕਸ ਤੇ ਆਈਏ, ਦੇਖੋ BJP ਦਾ ਪੰਜਾਬ ਦਾ ਜਿਹੜਾ ਕਮਿਟਡ ਵੋਟ ਉਹ ਤਾਂ ਉਹਨਾਂ ਦੇ ਨਾਲ ਹੀ ਹੈਗਾ। ਰਹਿ ਗਈ ਗੱਲ ਜਿਹੜੇ ਸਿੱਖ ਚਿਹਰੇ ਪੇਸ਼ ਕਰਕੇ ਉਹਦੇ ਵਿੱਚੋਂ
ਸਿੱਖ ਵੋਟਾਂ ਖਿੱਚਣ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਕੋਲ ਆ, ਕਾਂਗਰਸ ਕੋਲ ਆ, ਕੁਛ ਆਪ ਕੋਲ ਵੀ ਹੈ, ਉਧਰੋਂ ਕੁਝ ਟਕਸਾਲੀ ਵੀ ਖਿੱਚਣਗੇ, ਕੁਛ ਢੀਂਡਸਾ ਸਾਹਿਬ ਵੀ ਖਿੱਚਣਗੇ। ਜਿਹੜੇ ਉਹ ਸਿੱਖ ਲੀਡਰ ਆ, ਇਹ ਸਿੱਖ ਵੋਟ ਤਾਂ ਬਹੁਤ ਹਿੱਸਿਆਂ ਵਿੱਚ ਡਿਵਾਈਡ ਹੋ ਜਾਏਗੀ। ਇਹ ਫਿਰ ਫਾਇਦਾ ਕਿਹਨੂੰ ਹੋਏਗਾ? ਬੀਜੇਪੀ ਨੂੰ ਨੈਟ ਫਾਇਦਾ ਤਾਂ ਹੁੰਦਾ ਨਹੀਂ ਲੱਗਦਾ ਹੈਗਾ ਮੈਨੂੰ। ਨਹੀਂ, ਮੈਨੂੰ ਇਹ ਲੱਗਦਾ ਹੈ ਵੀ ਇਹ ਸਾਰੇ ਜਿਹੋ ਜਿਹਾ ਰੌਲ ਘਚੋਲਾ ਜਿਹਾ ਪੈ ਰਿਹਾ ਹੈ, ਹਾਂਜੀ ਦੇਖੋ ਐਂਟੀ ਬਾਦਲ ਫੋਰਸਿਸ ਇਕੱਠੀਆਂ ਨਹੀਂ ਹੋ ਸਕੀਆਂ। ਹਾਂਜੀ ਆਪਣਾ ਇੱਕ ਵਿਧਾਨ ਇੱਕ ਪ੍ਰਧਾਨ ਨਹੀਂ ਬਣਾ ਸਕੇ। ਜਿੰਨੇ ਬੰਦੇ ਸੀਗੇ, ਚਾਹੇ ਕਿਸੇ ਕੋ 10 ਸੀ ਚਾਹੇ ਕਿਸੇ ਕੋ 20 ਸੀ, ਉਹਨੇ ਆਪਣਾ ਧੜਾ ਨਹੀਂ ਭੰਗ ਕੀਤਾ ਕਿਸੇ ਨੇ। ਹਾਂਜੀ ਇਹ ਮੈਨੂੰ ਇਹ ਲੱਗਦਾ ਵੀ ਪੰਥਕ ਵੋਟ ਡਿਵਾਈਡ ਹੋ ਜਾਣੀ ਹੈ। ਤੇ ਹਮੇਸ਼ਾ ਹੀ ਇਹ ਹੁੰਦਾ, ਪੰਥਕ ਮੁੱਦਿਆਂ ਦੇ ਉੱਤੇ ਨੌਨ ਸਿੱਖ ਪੈਰ ਪਿੱਛੇ ਖਿੱਚ ਜਾਂਦਾ, ਉਹ ਪੰਥਕ ਮੁੱਦਿਆਂ ਤੇ ਵੋਟ ਨਹੀਂ ਪਾਉਂਦਾ। ਉਹ ਵੋਟ ਡਿਵਾਈਡ ਹੋ ਜਾਂਦੀ ਹੈ। ਤੇ ਉਹ ਵੋਟ ਜਿਹੜੀ ਆ ਕਾਂਗਰਸ ਵਿੱਚ, ਬੀਜੇਪੀ ਵਿੱਚ ਤੇ ਆਪ ਵਿੱਚ ਡਿਵਾਈਡ ਹੋਈ। ਹਾਂਜੀ ਹਾਂਜੀ ਹਾਂਜੀ। ਤੇ ਦਲਿਤ ਵੋਟ ਬਾਰੇ ਹਜੇ ਉਹਨਾਂ ਦੀ ਕੋਈ ਅਲਾਈਨਮੈਂਟ ਸਾਹਮਣੇ ਨਹੀਂ ਆਈ। ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਜਿਵੇਂ ਬਹੁਜਨ ਸਮਾਜ ਪਾਰਟੀ ਹੈ, ਬਾਕੀ ਉਹਨਾਂ ਦੀ ਅਲਾਈਨਮੈਂਟ ਕੀ ਬਣਦੀ ਹੈ, ਕਿਉਂਕਿ ਉਹ ਮੈਨੂੰ ਲੱਗਦਾ ਵੀ ਸਮਝੌਤਾ ਕਰਕੇ ਲੜਨਗੇ, ਇਕੱਲੇ ਨਹੀਂ ਚੋਣ ਲੜਨਗੇ। ਸਮਝੌਤਾ ਤਾਂ ਹੋਏਗਾ, ਉਹ ਪੂਰਾ ਬਣਿਆ ਨਹੀਂ। ਜਦੋਂ ਬਣੇਗਾ ਫਿਰ ਇਹਦੇ ਤੇ ਕਮੈਂਟ ਕੀਤਾ ਜਾ ਸਕਦਾ। ਹਾਂਜੀ ਚਲੋ ਭੌਰ ਸਾਹਿਬ, ਇੱਕ ਲਾਸਟ ਸਵਾਲ ਆ। ਵੈਸੇ ਤਾਂ ਜਿਹੜੀ ਰਾਜਨੀਤੀ ਆ, ਰਾਜ ਕਰਨ ਦੀ ਨੀਤੀ ਹੈਗੀ ਆ, ਪਰਮਿਟੇਸ਼ਨ ਕੰਬੀਨੇਸ਼ਨ ਬਹੁਤ ਕੁਝ ਕਰਨਾ ਪੈਂਦਾ ਹੈ। ਜਿੰਨੀ ਕਾਬਲੀਅਤ ਕਰ ਵੀ ਲਵੇ, ਮੇਰੇ ਹਿਸਾਬ ਨਾਲ ਕੋਈ ਨੁਕਸਾਨ ਵੀ ਨਹੀਂ ਹੈਗਾ। ਬੰਦੇ ਨੂੰ ਆਪਣੀ ਕਾਬਲੀਅਤ ਦੇ ਜਿਹੜੇ ਡਾਊਟਸ ਹੁੰਦੇ ਉਹ ਵੀ ਕਲੀਅਰ ਹੋ ਜਾਂਦੇ। ਇਹ ਹੁਣ ਜਿਹੜਾ ਅੱਜ ਦੀ ਡੇਟ ਤੱਕ ਤੁਹਾਨੂੰ 2022 ਵਿੱਚ ਇੱਕ ਪਾਸੇ ਅਕਾਲੀ ਹੋਣਗੇ ਮੇਨ, ਇੱਕ ਪਾਸੇ ਕਾਂਗਰਸ, ਇੱਕ ਪਾਸੇ ਆਪ, ਤਿਕੋਣਾ ਮੁਕਾਬਲਾ ਲੱਗਦਾ ਕਿ ਚੌਥੀ ਧਿਰ ਵੀ ਵਿੱਚ ਆ ਸਕਦੀ ਹੈਗੀ ਹੈ? ਅਜੇ ਭਾਰਤ ਸਾਹਿਬ, ਮੈਨੂੰ ਇਹ ਲੱਗਦਾ ਵੀ ਅਜੇ ਅਲਾਈਨਮੈਂਟ ਬਣੇਗੀ, ਅਜੇ ਸਮਝੌਤੇ ਹੋਣਗੇ, ਪੁਰਾਣੇ ਸਾਥੀ ਵਿਛੜਨਗੇ, ਨਵੇਂ ਸਾਥੀ ਬਣਨਗੇ, ਕੌਣ ਕਿਹੜੀ ਜਗ੍ਹਾ ਲੈਂਦਾ, ਉਹਦੇ ਹਿਸਾਬ ਨਾਲ ਇਹਦੇ ਤੇ ਫਿਰ ਕਮੈਂਟ ਹੋਏ। ਅੱਛਾ ਚਲੋ, ਇੱਕ ਲਾਸਟ ਸਵਾਲ। ਪਿੱਛੇ ਜੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਸੀ ਜਿਹੜੇ ਸਿੱਖ ਮਾਈਨੋਰਟੀ ਆ ਉਹ ਸੇਫ ਨਹੀਂ ਆਪਣੇ ਆਪ ਨੂੰ ਫੀਲ ਕਰ ਰਹੀ ਇੰਡੀਆ ਵਿੱਚ। ਇਹ ਬੀਜੇਪੀ ਗਵਰਨਮੈਂਟ ਹੋਣ ਦੇ ਨਾਤੇ, ਜਦ ਕਿ ਸਿੱਖ ਉੱਤੇ ਭਾਈਵਾਲ ਹੈਗੇ ਆ, ਇਹ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਦੇਖੋ, ਜਿਹੜਾ ਜਥੇਦਾਰ ਸਾਹਿਬ ਦਾ ਬਿਆਨ ਸੀ, ਉਹਦੇ ਪਿੱਛੇ ਬਹੁਤ ਵੱਡੀਆਂ ਸੱਚਾਈਆਂ ਨੇ। ਹਾਂਜੀ UAPA ਦੀ ਦੁਰਵਰਤੋਂ ਕਮਜ਼ੋਰ ਸਿੱਖਾਂ ਦੇ ਉੱਤੇ ਹੋਈ ਹੈ। ਹਾਂਜੀ, ਨਜਾਇਜ਼ ਮੁੰਡੇ ਫੜੇ ਗਏ। ਮੈਂ ਤੇ ਹੁਣ ਵੈਸੇ ਗੱਲ ਮੈਂ ਕਰਨੀ ਚਾਹੁੰਦਾ, ਦੇਖੋ ਪਿਛਲੇ ਦਿਨੀ 2-3 ਵਫਦ ਮਿਲੇ ਉਹਨਾਂ ਨੂੰ, ਜਾ ਕੇ UAPA ਦੇ ਪੀੜਤਾਂ ਦਾ ਮੰਗ ਲੈ ਕੇ ਗਏ ਜਥੇਦਾਰ ਸਾਹਿਬ ਕੋਲ। ਮੈਂ ਤੇ ਸਮਝਦਾ ਵੀ ਜਥੇਦਾਰ ਸਾਹਿਬ ਨੂੰ ਮੈਮੋਰੰਡਮ ਲੈਣ ਨਾਲੋਂ ਖੁਦ ਕਮਰ ਕੱਸਾ ਕਰਕੇ ਅਗਵਾਈ ਕਰਨੀ ਚਾਹੀਦੀ ਸੀ ਕੌਮ। ਅੱਛਾ ਅੱਛਾ, ਹਾਂਜੀ ਹਾਂਜੀ। ਮੈਮੋਰੰਡਮ ਨਾ ਲੈਣ, ਕੌਮ ਨੂੰ ਅਗਵਾਈ ਦੇਣ, ਜੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਸਥਾਪਿਤ ਕਰਨੀ ਹੈ। ਦੂਜੀ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਨਾ ਵੀ ਅਸੀਂ ਖਤਰੇ ਵਿੱਚ ਆ, ਉਹ ਠੀਕ ਕਹਿ ਰਹੇ ਆ। ਸਾਡੇ ਗੁਰਦੁਆਰੇ ਢਾਏ ਜਾ ਰਹੇ ਆ ਤੇ ਜਿਨ੍ਹਾਂ ਕੋਲ ਤਾਕਤ ਹੈ ਉਹਨਾਂ ਦੇ ਮੰਦਿਰ ਰਾਤੋਂ ਰਾਤ ਫੈਸਲਾ ਕਰਕੇ ਬਣਾਏ ਜਾ ਰਹੇ ਆ, ਤੇ ਫੈਸਲੇ ਕਰਨ ਵਾਲਿਆਂ ਨੂੰ ਰਾਜ ਸਭਾ ਦੀਆਂ ਮੈਂਬਰੀਆਂ ਦਿੱਤੀਆਂ ਜਾ ਰਹੀਆਂ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਇਹ ਬਿਲਕੁਲ ਠੀਕ ਹੈ। ਜੇ CAA ਦੀ ਵਰਤੋਂ ਹੋਈ ਹੈ, ਜਿਹੜੇ ਉਹਦੇ ਵਿੱਚ ਫੜੇ ਗਏ ਉਹ ਵੀ ਘੱਟ ਗਿਣਤੀ ਵਾਲੇ ਆ। ਸਾਡੇ ਨਵੇਂ ਸ਼ਹਿਰ 3 ਮੁੰਡਿਆਂ ਕੋਲੋਂ 2 ਰਸਾਲੇ ਫੜੇ ਸੀ, ਉਹਨਾਂ ਨੇ ਕਿਸੇ ਦੇ ਚਪੇੜ ਵੀ ਨਹੀਂ ਮਾਰੀ, ਉਹਨਾਂ ਦੇ ਜਿਵੇਂ ਲਾਤਾ। ਹਾਂਜੀ ਹਾਂਜੀ, ਇਹੀ ਘੱਟ ਗਿਣਤੀ ਦੀਆਂ ਖਤਰੇ ਦੀਆਂ ਨਿਸ਼ਾਨੀਆਂ। ਸਾਡੇ ਬੱਚਿਆਂ ਨੂੰ ਪੇਪਰ ਦੇਣ ਦੇ ਲਈ ਜਦੋਂ ਜਾਂਦੇ ਨੇ, ਐਂਟਰੈਂਸ ਟੈਸਟ ਦੇਣ ਲਈ, ਉਹਨਾਂ ਨੂੰ ਕਹਿੰਦੇ ਆ ਕੜੇ ਤੇ ਕਿਰਪਾਨਾਂ ਬਾਹਰ ਲਾ ਕੇ ਜਾਓ। ਕਿਸੇ ਹੋਰ ਦੇ ਵੀ ਧਾਰਮਿਕ ਚਿੰਨ੍ਹ ਲਹਾਏ। ਹਾਂਜੀ ਹਾਂਜੀ ਹਾਂਜੀ, ਇਹ ਗੱਲ ਤਾਂ ਠੀਕ ਸੀ, ਪਰ ਇਹਨੂੰ ਹੁਣ ਜੇ ਇਸ ਜਿਹੜਾ ਉਹਨਾਂ ਨੇ ਗੱਲ ਪ੍ਰਗਟ ਕੀਤੀ ਆ, ਇਹਨੂੰ ਕੌਮ ਨੂੰ ਲਾਮਬੰਦ ਵੀ ਕਰਨਾ ਚਾਹੀਦਾ। ਕੌਮ ਨੂੰ, ਜੇ ਕੌਮ ਦੇ ਉੱਤੇ ਕੋਈ ਸੰਕਟ ਹੈ, ਜਥੇਦਾਰ ਸਾਹਿਬ ਨੂੰ ਖੁਦ ਅਗਵਾਈ ਕਰਨੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਚਲੋ ਅਖੀਰ ਵਿੱਚ ਤੁਸੀਂ ਜਿਹੜਾ ਪੰਜਾਬ ਦਾ ਵੋਟਰ ਆ, ਦੇਖੋ ਹਰ ਇੱਕ ਨੇ ਉਹਨਾਂ ਨੂੰ ਖਿੱਚਣਾ, ਬੀਜੇਪੀ ਨੇ ਵੀ ਖਿੱਚਣਾ, ਅਕਾਲੀਆਂ ਨੇ ਵੀ ਖਿੱਚਣਾ, ਕਾਂਗਰਸ ਨੇ ਵੀ ਖਿੱਚਣਾ, ਆਪ ਨੇ ਵੀ ਖਿੱਚਣਾ, ਹੋਰ ਪਾਰਟੀਆਂ ਨੇ ਵੀ। ਉਹਨੂੰ ਇੱਕ ਕੋਈ ਕੀ ਸੁਨੇਹਾ ਦੇ ਵੀ ਵਧੀਆ ਜੇ ਇਮਾਨਦਾਰ ਲੀਡਰਾਂ ਨੂੰ ਅੱਗੇ ਲੈ ਕੇ ਜਾਣ, ਇੱਕ ਮੈਸੇਜ ਅਖੀਰ ਵਿੱਚ ਜ਼ਰੂਰ ਦੇ। ਦੇਖੋ ਭਾਰਤ ਸਾਹਿਬ, ਮੈਂ ਸਮਝਦਾ ਵੀ ਟ੍ਰੈਡੀਸ਼ਨਲ ਪੋਲਿਟਿਕਸ ਖਤਮ ਹੋ ਚੁੱਕੀ ਹੈ। ਹਾਂਜੀ, ਪਰ ਟ੍ਰੈਡੀਸ਼ਨਲ ਪੋਲਿਟਿਕਸ ਖਤਮ ਹੋ ਚੁੱਕੀ ਹੈ। ਧੜਿਆਂ ਦੀ ਪੋਲਿਟਿਕਸ ਪ੍ਰਵੇਲ ਜ਼ਰੂਰ ਕਰ ਰਹੀ ਆ, ਪਰੰਤੂ ਆਈਡੀਅਲ ਪੋਲਿਟਿਕਸ ਨਹੀਂ ਇਹਨੂੰ ਕਹਿ ਸਕਦੇ। ਤੇ ਪੰਜਾਬ ਨੇ ਇੰਨੇ ਦੁੱਖ ਦਰਦ ਹੰਢਾ ਲਏ, ਪੰਜਾਬ ਦੀ ਨੌਜਵਾਨੀ ਨੇ,
ਹੁਣ ਉਹ ਇੰਨੀ ਸੁਚੇਤ ਹੈ, ਮੈਨੂੰ ਤਾਂ ਇਹ ਲੱਗਦਾ ਵੀ ਅੱਗੇ ਤਾਂ ਇਹ ਕਹਿੰਦੇ ਸੀ ਨਾ ਵੀ ਫਲਾਣੇ ਪਿੰਡ ਦਾ ਸਰਪੰਚ ਸਾਡੇ ਨਾਲ ਹੈ, ਸਾਰੇ ਪਿੰਡ ਦੀਆਂ ਵੋਟਾਂ ਸਾਨੂੰ ਪੈ ਜਾਣੀਆਂ। ਉਹ ਤੇ ਚੀਜ਼ਾਂ ਮੈਨੂੰ ਇਹ ਲੱਗਦਾ ਵੀ ਐਤਕੀ ਇੱਕ ਟੱਬਰ ਦੀਆਂ ਵੋਟਾਂ ਵੀ ਇੱਕ ਥਾਂ ਨਹੀਂ ਪੈਣੀਆਂ। ਹੁਣ ਵੋਟਰ ਇੰਨਾ ਸੁਚੇਤ ਹੋ ਗਿਆ ਵੀ ਉਹਨੇ ਇੱਕ ਟੱਬਰ ਨੇ ਵੀ ਇੱਕ ਥਾਂ ਨਹੀਂ ਪਾਉਣੀ ਆ। ਘਰ ਵਾਲਾ ਕਿਤੇ ਤੁਰਿਆ ਫਿਰੂਗਾ, ਘਰ ਵਾਲੀ ਕਿਤੇ, ਬੱਚੇ ਕਿਤੇ। ਤੇ ਇਹ ਵੈਸੇ ਤਾਂ ਚੰਗੇ ਸਾਈਨ ਹੈ ਡੈਮੋਕ੍ਰੇਸੀ ਦੇ, ਚੰਗੀ ਗੱਲ ਹੈ ਜੇ ਸੋਚ ਵਿਚਾਰ ਕੇ ਵੋਟ ਪਾਈ ਜਾਵੇ। ਤੇ ਹੁਣ ਇਹ ਧੜਿਆਂ 'ਚ ਵੋਟ ਪਾਉਣ ਦੀ ਲੋੜ ਨਹੀਂ, ਹੁਣ ਤੇ ਉਹਨਾਂ ਬੰਦਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜੇ ਬੰਦੇ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਦੇ ਯੋਗ ਨੇ, ਜਾਂ ਪੰਜਾਬ ਦੀ ਖਾਸ ਕਰਕੇ ਸਿੱਖਾਂ ਦੀ ਗੱਲ ਕਰੀਏ, ਜਿਹੜੇ ਧਾਰਮਿਕ ਰਹੁ ਰੀਤਾਂ ਔਰ ਪੰਥਕ ਮਰਜ਼ਾਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਵਰਗੀਆਂ ਸੰਸਥਾ ਦੇ ਰਾਖੇ ਬਣ ਸਕਦੇ, ਉਹਨਾਂ ਨੂੰ ਪਾਉਣੀਆਂ ਚਾਹੀਦੀਆਂ। ਹਾਂ, ਬਹੁਤ ਅੱਛੇ ਵਿਚਾਰ ਤੁਸੀਂ ਪ੍ਰਗਟ ਕੀਤੇ ਹੈਗੇ ਭੌਰ ਸਾਹਿਬ, ਬਹੁਤ ਵਧੀਆ ਲੱਗਾ ਹੈਗਾ। ਮੈਨੂੰ ਉਮੀਦ ਹੈ ਜਿਹੜੇ ਦਰਸ਼ਕ ਸਾਡੇ ਪ੍ਰੋਗਰਾਮ ਦੇਖ ਰਹੇ ਹੈਗੇ ਆ, ਦੇਖ ਲਿਆ ਹੈਗਾ, ਉਹ ਇਹਨਾਂ ਦੇ ਵਿਚਾਰਾਂ ਨਾਲ ਜ਼ਰੂਰ ਸਹਿਮਤ ਹੋਣਗੇ। ਭੌਰ ਸਾਹਿਬ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ। ਗਾਂ ਵੀ ਅਸੀਂ ਹੋਰ ਟੌਪਿਕ ਤੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।